हाँ जी बई साथियों, सत श्री अकाल सारिਆਂ ਨੂੰ स्वागत आ अज की क्लास ਦੇ ਵਿੱਚ ਤੇ एक गुड न्यूज़ आ कि अज तो ਆਪਾਂ मॉडर्न हिस्ट्री ਜਿਹੜੀ ਆ ਉਹ स्टार्ट कर रहे हैं। ठीक है, मैं एक बारी दसदा इस तो पहला ਆਪਾਂ 7th क्लास ਦੀ हिस्ट्री शुरू ਕੀਤੀ ਸੀ NCERT ਤੋਂ चैप्टर बाय चैप्टर। ठीक है, सारी दी सारी मैं पंजाबी ਦੇ ਵਿੱਚ ट्रांसलेट करके करवाई क्योंकि ਤੁਹਾਨੂੰ पता NCERT ਸਾਨੂੰ पंजाबी मीडियम ਦੇ ਵਿੱਚ नहीं मिलती, ਜਾਂ ਤਾਂ ਸਾਨੂੰ ਮਿਲਦੀ ਹੈ ਇੰਗਲਿਸ਼ ਮੀਡੀਅਮ ਦੇ ਵਿੱਚ ਜਾਂ ਤਾਂ ਮਿਲਦੀ ਹੈ ਹਿੰਦੀ ਮੀਡੀਅਮ ਦੇ ਵਿੱਚ। ਤੇ ਮੈਂ ਪੂਰੇ ਦੇ ਪੂਰੇ ਚੈਪਟਰ ਜਿਹੜੇ ਆ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਕਰਵਾਏ ਆ, ਕੰਬਾਈਨ ਕਰਕੇ ਕੰਪੈਰੀਜ਼ਨ ਕਰਕੇ NCERT ਤੋਂ ਵੀ ਤੇ SCERT ਤੋਂ ਵੀ। ਠੀਕ ਹੈ, ਤੇ ਅੱਜ ਮਾਡਰਨ ਹਿਸਟਰੀ ਜਿਹੜੀ ਆਪਣੀ ਸਟਾਰਟ ਹੋ ਚੁੱਕੀ ਆ। ਕਾਫੀ ਬੱਚਿਆਂ ਦੀ ਡਿਮਾਂਡ ਵੀ ਸੀ ਕਿ ਮਾਡਰਨ ਹਿਸਟਰੀ ਜਲਦ ਤੋਂ ਜਲਦ ਕਰਵਾਓ ਤੇ ਆਪਾਂ ਸਟਾਰਟ ਕਰ ਚੁੱਕੇ ਆ ਅੱਜ ਤੋਂ ਮਾਡਰਨ ਹਿਸਟਰੀ। ਤੇ ਸਭ ਤੋਂ ਘੈਂਟ ਚੀਜ਼ ਇਹ ਕਿ ਇੱਕ ਜਿਹੜੀ ਚੀਜ਼ ਮੈਂ ਤੁਹਾਨੂੰ ਘਟਨਾ ਮਾਡਰਨ ਹਿਸਟਰੀ ਦੀ ਇੱਕ ਘਟਨਾ ਮੈਂ ਤੁਹਾਨੂੰ ਇਸ ਤਰੀਕੇ ਦੇ ਨਾਲ ਕਰਵਾਉਂਗੀ ਕਿ ਤੁਹਾਨੂੰ ਲੱਗੂਗਾ ਕਿ ਸ਼ਾਇਦ ਤੁਸੀਂ ਕਿਸੇ ਫਿਲਮ ਦੀ ਸਟੋਰੀ ਸੁਣ ਰਹੇ ਹੋ। ਮਤਲਬ ਇੱਕ ਕਹਾਣੀ ਦੇ ਵਾਂਗੂ ਤੁਹਾਨੂੰ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਯਾਦ ਹੁੰਦੀਆਂ ਜਾਣਗੀਆਂ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਜਿਹੜਾ ਵਾ ਤੁਸੀਂ ਇਹਨਾਂ ਦੇ ਵਿੱਚ ਧਿਆਨ ਦਿੰਦੇ ਜਾਣਾ ਵਾ। ਠੀਕ ਹੈ, ਉਸ ਤੋਂ ਬਾਅਦ ਦੇਖੋ ਇੱਕ ਚੀਜ਼ ਹੋਰ, ਜਿਹੜੇ ਬੱਚੇ ਮਾਡਰਨ ਹਿਸਟਰੀ ਪੜ੍ਹ ਰਹੇ ਆ PSTET ਵਾਲੇ ਹਨਾ, SST ਦੀ ਤਿਆਰੀ ਲਈ ਹਿਸਟਰੀ ਪੜ੍ਹ ਰਹੇ ਆ, ਜੇਕਰ ਉਹਨਾਂ ਦੇ ਦਿਮਾਗ ਦੇ ਵਿੱਚ ਅਜੇ ਵੀ ਇਹ ਸਵਾਲ ਤੰਗ ਕਰ ਰਿਹਾ ਉਹਨਾਂ ਨੂੰ ਕਿ ਹਿਸਟਰੀ ਜਿਹੜੀ ਆ NCERT ਤੋਂ ਕੀਤੀ ਜਾਵੇ ਕਿ SCERT ਤੋਂ ਕੀਤੀ ਜਾਵੇ ਜਾਂ ਫਿਰ ਕਿਤੋਂ ਕਿਵੇਂ ਕੀਤੀ ਜਾਵੇ, ਜਾਂ ਅਸੀਂ ਜਿਹੜੀ ਕਲਾਸ ਦੇਖ ਰਹੇ ਆ ਇਹ ਹਿਸਟਰੀ ਪਤਾ ਨਹੀਂ ਕਿਹੜੀ ਹੋਊਗੀ ਕਿੱਥੋਂ ਹੋਊਗੀ। ਪਰ ਜੇਕਰ ਤੁਸੀਂ ਮੇਰੇ ਚੈਨਲ ਤੇ ਆ ਗਏ ਆ ਤੇ ਤੁਹਾਨੂੰ ਇਹ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਜਿਹੜੇ ਤਾਂ ਪੁਰਾਣੇ ਬੱਚੇ ਆ ਉਹਨਾਂ ਨੂੰ ਪਤਾ ਹੀ ਆ ਆਲਮੋਸਟ ਸਾਰਿਆਂ ਨੂੰ ਹਨਾ। ਤੇ ਪਰ ਇੱਥੇ ਜਿਹੜੇ ਨਵੇਂ ਬੱਚੇ ਆਏ ਆ ਉਹਨਾਂ ਨੂੰ ਮੈਂ ਇੱਕ ਵਾਰੀ ਕਲੈਰੀਫਿਕੇਸ਼ਨ ਦੇ ਦਾਂ ਕਿ ਮੇਰੀ ਕਰਵਾਈ ਹੋਈ SST 2 ਬੋਰਡ ਤੋਂ ਆ, ਇੱਕ ਤਾਂ NCERT ਤੋਂ ਇੱਕ SCERT ਤੋਂ, ਦੋਨਾਂ ਤੋਂ ਜਿਹੜਾ ਵਾ ਮੈਂ ਕੰਪੈਰੀਜ਼ਨ ਕਰਕੇ ਕਰਵਾਉਣੀ ਆ। ਬਹੁਤ ਚੀਜ਼ਾਂ, ਇੱਕ ਤਾਂ ਇਹਨਾਂ ਦਾ ਐਨਾਲਿਸਿਸ ਹੁੰਦਾ ਜਾਂਦਾ, ਪਤਾ ਲੱਗਦਾ ਜਾਂਦਾ ਵੀ ਇਹਨਾਂ ਦੇ ਵਿੱਚ ਕਮੀ ਕੀ ਆ, NCERT ਦੇ ਵਿੱਚ ਕੀ ਕਮੀ ਆ ਤੇ ਸਾਡੇ ਵਾਲਿਆਂ ਦੇ ਵਿੱਚ ਕੀ ਕਮੀ ਆ, ਇਹ ਸਾਰਾ ਕੁਝ ਜਿਹੜਾ ਸਾਨੂੰ ਪਤਾ ਲੱਗਦਾ ਜਾਂਦਾ। ਠੀਕ ਆ, ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਾਡਾ ਚੈਪਟਰ ਹੈਗਾ ਵਾ, ਵੇਖੋ ਮਾਡਰਨ ਹਿਸਟਰੀ ਸਟਾਰਟ ਕਰਨ ਤੋਂ ਪਹਿਲਾਂ ਨਾ ਜਿਵੇਂ ਮੈਂ ਦੇਖਿਆ ਕੁਝ ਚੈਨਲਾਂ ਤੇ ਕਿ ਉਸ ਮਤਲਬ ਸਟਾਰਟ ਕਰ ਦਿੰਦੇ ਆ ਹਨਾ ਵੀ ਔਰੰਗਜ਼ੇਬ ਦੀ ਡੈਥ ਤੋਂ ਬਾਅਦ ਜਿਹੜਾ ਵਾ 1707 ਤੋਂ ਬਾਅਦ ਭਾਰਤ ਦੇ ਵਿੱਚ ਆਧੁਨਿਕ ਕਾਲ ਦਾ ਸਮਾਂ ਜਿਹੜਾ ਵਾ ਉਹ ਸ਼ੁਰੂ ਹੁੰਦਾ ਹਨਾ, ਜਾਂ ਕਿਤੇ ਨਾ ਕਿਤੇ ਮਤਲਬ ਸਾਡੇ ਪੁਰਤਗਾਲ ਕੰਪਨੀਆਂ ਸਟੈਬਲਿਸ਼ ਹੁੰਦੀਆਂ ਹਨਾ, ਹੌਲੀ ਹੌਲੀ ਉਹ ਭਾਰਤ ਤੇ ਅਧਿਕਾਰ ਜਮਾਉਂਦੇ, ਇੱਥੋਂ ਲਗਭਗ ਇੱਥੋਂ ਸਾਰੇ ਮਾਡਰਨ ਹਿਸਟਰੀ ਸਟਾਰਟ ਕਰਦੇ ਆ। ਪਰ ਮੈਂ ਜਿੱਥੋਂ ਸਟਾਰਟ ਕਰ ਰਹੀ ਹਾਂ ਕਿਉਂਕਿ ਮੈਂ ਡਾਟਾ NCERT ਤੋਂ ਵੀ ਚੱਕਿਆ ਆ ਪੂਰਾ ਐਨਾਲਿਸਿਸ ਕਰਕੇ, ਇਹਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਆਖਰ ਅੰਗਰੇਜ਼ਾਂ ਦੀ ਨੀਤੀ ਕੀ ਸੀ। ਅੰਗਰੇਜ਼ਾਂ ਨੇ ਵੀ ਸਾਡੇ ਭਾਰਤ ਨੂੰ ਭਾਰਤ ਦੇ ਇਤਿਹਾਸ ਨੂੰ ਕੁਝ ਕਾਲ ਖੰਡਾਂ ਦੇ ਵਿੱਚ ਵੰਡਿਆ। ਜੇਮਸ ਮਿਲ ਨੇ ਵੰਡਿਆ ਸੀ, ਜੇਮਸ ਮਿਲ ਦਾ ਸਾਨੂੰ ਕੁਐਸਚਨ ਵੀ ਆਇਆ ਪੇਪਰ ਦੇ ਵਿੱਚ ਹਨਾ, ਪਿਛਲੇ ਪੇਪਰ ਦੇ ਵਿੱਚ ਆਇਆ ਆ। ਠੀਕ ਆ, ਸੋ ਇੱਥੇ ਮੈਂ ਤੁਹਾਡਾ ਮਾਡਰਨ ਹਿਸਟਰੀ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਬੇਸ ਬਣਾਉਂਗੀ। ਅੱਜ ਦੀ ਕਲਾਸ ਬਿਲਕੁਲ ਬੇਸਿਕ ਆ, ਬਿਲਕੁਲ ਬੇਸਿਕ। ਤੇ ਇੱਕ ਕਹਿ ਲਓ ਵੀ ਸਾਡੀ ਜਿੱਦਾਂ ਇੱਕ ਐਡ ਜਦੋਂ ਕਿਸੇ ਵੀ ਫਿਲਮ ਦੀ ਫਿਲਮ ਸਟਾਰਟ ਹੁੰਦੀ ਆ ਤੇ ਆਪਾਂ ਨੂੰ ਉਹਦਾ ਟ੍ਰੇਲਰ ਦਿਖਾਇਆ ਜਾਂਦਾ ਪਹਿਲਾਂ ਹਨਾ, ਤੇ ਜਾਂ ਫਿਰ ਉਹਦੀ ਇੱਕ ਐਡ ਦਿਖਾਈ ਜਾਂਦੀ ਆ। ਐਡ ਲਾ ਲਓ, ਇਹਨੂੰ ਜੋ ਮਰਜ਼ੀ ਲਗਾ ਲਓ, ਵੇਖੋ ਤਰੀਕਾ ਕਿਵੇਂ ਬਦਲਦੀਆਂ ਹਨ ਕਿਉਂਕਿ ਇਹ ਕਨਸੈਪਟ ਕਰਾਉਣਾ ਤੁਹਾਡੇ ਲਈ ਪਹਿਲਾਂ ਬਹੁਤ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਜਦੋਂ ਮਾਡਰਨ ਹਿਸਟਰੀ ਦੀ ਗੱਲ ਆਉਂਦੀ ਆ ਤਾਂ ਆਧੁਨਿਕ ਕਾਲ ਦੇ ਸਮੇਂ ਦੀ ਗੱਲ ਆਉਂਦੀ। ਆਧੁਨਿਕ ਕਾਲ ਦਾ ਸਮਾਂ ਪੂਰੇ ਸੰਸਾਰ ਦੇ ਵਿੱਚ ਇੱਕੋ ਜਿਹਾ ਨਹੀਂ ਆ ਨਿਮਰਤ। ਠੀਕ ਹੈ, ਪੂਰੇ ਸੰਸਾਰ ਦੇ ਵਿੱਚ ਜਿਹੜਾ ਵਾ ਆਧੁਨਿਕ ਕਾਲ ਦਾ ਸਮਾਂ ਸ਼ੁਰੂ ਹੋਇਆ ਇੱਕੋ ਜਿਹਾ ਨਹੀਂ ਹੋਇਆ। ਕਿਸੇ ਦੇਸ਼ ਦੇ ਵਿੱਚ ਪਹਿਲਾਂ ਸ਼ੁਰੂ ਹੋ ਗਿਆ, ਕਿਸੇ ਦੇਸ਼ ਦੇ ਵਿੱਚ ਬਾਅਦ ਵਿੱਚ ਸ਼ੁਰੂ ਹੋਇਆ। ਇਹਨਾਂ ਸਾਰੀਆਂ ਚੀਜ਼ਾਂ ਬਾਰੇ ਸਾਡਾ ਅੱਜ ਦਾ ਚੈਪਟਰ ਤਰੀਕਾ ਕਿਵੇਂ ਬਦਲਦੀਆਂ ਹਨ। ਕਹਿੰਦੇ ਅਤੀਤ ਵਿੱਚ ਚੀਜ਼ਾਂ ਕਿਸ ਤਰ੍ਹਾਂ ਦੀਆਂ ਸਨ ਅਤੇ ਉਹਨਾਂ ਵਿੱਚ ਕੀ ਬਦਲਾਵ ਆਏ। ਜਿਵੇਂ ਅਸੀਂ ਅਤੀਤ ਅਤੇ ਵਰਤਮਾਨ ਦੀ ਤੁਲਨਾ ਕਰਦੇ ਹਾਂ ਤਾਂ ਅਸੀਂ ਸਮੇਂ ਦਾ ਜ਼ਿਕਰ ਕਰਦੇ ਹਾਂ। ਮਤਲਬ ਇਹ ਕੀ ਕਹਿੰਦੇ ਕਿ ਅਤੀਤ ਵਿੱਚ ਚੀਜ਼ਾਂ ਕਿਸ ਤਰ੍ਹਾਂ ਦੀਆਂ ਸੀ, ਉਹਨਾਂ ਵਿੱਚ ਕੀ ਬਦਲਾਵ ਆਏ। ਵੇਖੋ ਕਿ ਇਹਦੇ ਵਿੱਚ ਹੋਣਾ ਵਾ ਕਿ ਪਹਿਲਾਂ ਵੇਖੋ ਕਿ ਜਿੱਦਾਂ ਜਦੋਂ ਆਪਾਂ ਆਪਣੇ ਏਸ਼ੀਅਨ ਹਿਸਟਰੀ ਕਰਦੇ ਆ ਉਹਦੇ ਵਿੱਚ ਲੋਕੀ ਬਹੁਤ ਜ਼ਿਆਦਾ ਮਤਲਬ ਵਹਿਮਾਂ ਭਰਮਾਂ ਦੇ ਵਿੱਚ ਫਸੇ ਸੀ,
ਹਨਾ। ਕੋਈ ਉਹਨਾਂ ਨੂੰ ਖਾਣ ਪੀਣ ਦਾ ਉਹਨਾਂ ਦੇ ਕੋਈ ਰੀਤੀ ਰਿਵਾਜ ਨਹੀਂ ਸੀ ਪਤਾ। ਹੌਲੀ ਹੌਲੀ ਮੈਡੀਵਲ ਟਾਈਮ ਦੇ ਵਿੱਚ ਜਾ ਕੇ ਰਾਜਿਆਂ ਦੇ ਸ਼ਾਸਨ ਆ ਗਏ, ਰਾਜਿਆਂ ਨੇ ਸ਼ਾਸਨ ਕਰਨਾ ਸ਼ੁਰੂ ਕਰ ਦਿੱਤਾ। ਰਾਜੇ ਵੱਲੋਂ ਜੋ ਹੁਕਮ ਜਾਰੀ ਕੀਤੇ ਜਾਂਦੇ ਪ੍ਰਜਾ ਉਹੀ ਕਰਦੀ ਸੀ, ਹਨਾ। ਹੌਲੀ ਹੌਲੀ ਆਧੁਨਿਕ ਕਾਲ ਦੇ ਵਿੱਚ ਜਾ ਕੇ ਕਿੰਨੀਆਂ ਚੀਜ਼ਾਂ ਬਦਲ ਗਈਆਂ। ਬਾਹਰੋਂ ਲੋਕ ਆਉਣੇ ਸ਼ੁਰੂ ਹੋ ਗਏ, ਸਾਡੇ ਭਾਰਤ ਤੇ ਉਹਨਾਂ ਨੇ ਅਧਿਕਾਰ ਜਮਾਉਣੇ ਸ਼ੁਰੂ ਕਰਤੇ। ਸੋ ਇਹੀ ਪਹਿਲੀਆਂ ਦੋ ਲਾਈਨਾਂ ਦੇ ਵਿੱਚ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਕਿ ਅਤੀਤ ਵਿੱਚ ਸਾਡੀਆਂ ਚੀਜ਼ਾਂ ਕਿੱਦਾਂ ਦੀਆਂ ਸੀ ਤੇ ਵਰਤਮਾਨ ਵਿੱਚ ਆ ਕੇ ਕਿੱਦਾਂ ਬਦਲਦੀਆਂ, ਜਾਂ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਆ ਸਾਡੇ ਵਰਤਮਾਨ ਦੇ ਵਿੱਚ ਤੇ ਅਸੀਂ ਬੀਤੇ ਕਾਲ ਦੇ ਵਿੱਚ ਜਦੋਂ ਅਸੀਂ ਕਰਦੇ ਆ। ਕਹਿੰਦੇ ਰਾਬਰਟ ਕਲਾਈਵ ਨੇ ਜੇਮਸ ਰੇਨਲ ਨੂੰ ਹਿੰਦੁਸਤਾਨ ਦੇ ਨਕਸ਼ੇ ਬਣਾਉਣ ਦਾ ਕੰਮ ਸੌਂਪਿਆ। ਵੈਰੀ ਵੈਰੀ ਇੰਪੋਰਟੈਂਟ। ਇਸੇ ਹੀ ਕਰਕੇ ਮੈਂ ਤੁਹਾਡਾ ਬੇਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹਾਂ, ਕਿਉਂਕਿ ਜਿਹੜਾ ਅਸੀਂ ਫੈਕਚੁਅਲ ਡਾਟਾ ਮਾਡਰਨ ਹਿਸਟਰੀ ਦਾ ਪੜ੍ਹ ਕੇ ਚੱਲ ਜਾਂਦੇ ਆ ਉਹ ਤਾਂ ਚਲੋ ਠੀਕ ਆ, ਪਰ ਇਦਾਂ ਦੀ ਜਦੋਂ ਅਸੀਂ ਇਦਾਂ ਦੀ ਥਿਊਰੀ ਲੱਭਦੇ ਆ ਜਾਂ ਅਸੀਂ ਬੇਸ ਤੋਂ ਚੀਜ਼ਾਂ ਪੜ੍ਹਦੇ ਆ ਤਾਂ ਉੱਥੇ ਸਾਨੂੰ ਸਾਰੀਆਂ ਇਹੋ ਜਿਹੀਆਂ ਬਰੀਕੀਆਂ ਪਤਾ ਲੱਗਦੀਆਂ। ਇੱਥੋਂ ਕੀ ਪਤਾ ਲੱਗਾ ਹੁਣ ਹੁੰਦਾ ਕੀ। ਰਾਬਰਟ ਕਲਾਈਵ ਅੰਗਰੇਜ਼ ਸੀ, ਸਾਨੂੰ ਸਾਰਿਆਂ ਨੂੰ ਪਤਾ, ਹਨਾ। ਇਹਨਾਂ ਨੇ ਪਤਾ ਕੀ ਕੀਤਾ ਸੀ ਅੰਗਰੇਜ਼ਾਂ ਨੇ, ਧਿਆਨ ਦੇ ਨਾਲ ਸੁਣਿਓ। ਇਹਨਾਂ ਨੇ ਨਾ ਭਾਰਤ ਦੇ ਨਕਸ਼ੇ ਬਣਾਉਣੇ ਸ਼ੁਰੂ ਕਰਤੇ। ਅੰਗਰੇਜ਼ਾਂ ਨੇ ਨਕਸ਼ੇ ਬਣਾਉਣੇ ਸ਼ੁਰੂ ਕਰਤੇ। ਨਕਸ਼ੇ ਇਸ ਤਰ੍ਹਾਂ ਦੇ ਨਾਲ ਬਣਾਏ ਵੀ ਨਕਸ਼ਿਆਂ ਦੇ ਵਿੱਚ ਇਹਨਾਂ ਨੇ ਸ਼ੋਅ ਕੀ ਕਰਨਾ ਸੀ, ਨਕਸ਼ਿਆਂ ਦੇ ਵਿੱਚ ਕਰਨਾ ਕੀ ਕੀਤਾ ਸੀ। ਨਕਸ਼ਿਆਂ ਦੇ ਵਿੱਚ ਇਹਨਾਂ ਨੇ ਇਹ ਚੀਜ਼ਾਂ ਸ਼ੋਅ ਕੀਤੀਆਂ ਸੀ ਵੀ ਅੰਗਰੇਜ਼ਾਂ ਨੇ ਭਾਰਤ ਦਾ ਆਹ ਇਲਾਕਾ ਵੀ ਜਿੱਤਿਆ ਵਾ, ਅੰਗਰੇਜ਼ਾਂ ਨੇ ਭਾਰਤ ਦਾ ਆਹ ਵਾਲਾ ਇਲਾਕਾ ਵੀ ਜਿੱਤਿਆ ਵਾ, ਅੰਗਰੇਜ਼ਾਂ ਨੇ ਇਸ ਚੀਜ਼ ਤੇ ਵੀ ਅਧਿਕਾਰ ਜਮਾਇਆ ਵਾ, ਆਹ ਵਾਲੇ ਇਲਾਕੇ ਤੇ ਵੀ ਅਧਿਕਾਰ ਜਮਾਇਆ ਵਾ। ਕਹਿਣ ਦਾ ਭਾਵ ਇਹ ਕਿ ਲੋਕਾਂ ਲਈ ਇਹਨਾਂ ਨੇ ਕੀ ਸ਼ੋਅ ਕਰਤਾ ਸਾਡੇ ਭਾਰਤੀਆਂ ਲਈ ਵੀ ਅਸੀਂ ਨਾ ਅੰਗਰੇਜ਼ਾਂ ਨੇ ਮਤਲਬ ਮਾਡਰਨਾਈਜੇਸ਼ਨ ਜਿਹੜੀ ਆ ਭਾਰਤ ਵਿੱਚ ਸਟਾਰਟ ਕੀਤੀ ਆ, ਪਰ ਉਹ ਸਾਰਾ ਕੁਝ ਆਪਣੇ ਅਧੀਨ ਕਰਵਾ ਰਹੇ ਸੀ। ਵੇਖੋ ਸਾਰੇ ਨਕਸ਼ੇ ਛਾਪ ਦਿੱਤੇ ਵੀ ਇਹ ਭਾਰਤ ਦੇ ਅਲੱਗ-ਅਲੱਗ ਹਿੱਸਿਆਂ ਤੇ ਅੰਗਰੇਜ਼ਾਂ ਨੇ ਜਿਹੜਾ ਵਾ ਅਧਿਕਾਰ ਜਮਾਇਆ ਵਾ, ਆ ਵੀ ਹਿੱਸਾ ਅੰਗਰੇਜ਼ਾਂ ਦੇ ਅੰਡਰ ਆ। ਇੱਥੇ ਇਸ ਚੀਜ਼ ਦੀ ਡਿਵੈਲਪਮੈਂਟ ਅੰਗਰੇਜ਼ਾਂ ਨੇ ਕੀਤੀ। ਇਸ ਤਰ੍ਹਾਂ ਦੇ ਨਕਸ਼ੇ ਬਣਾਉਣੇ ਸ਼ੁਰੂ ਕਰਤੇ। ਤੇ ਨਕਸ਼ੇ ਕਿੰਨੇ ਬਣਾਏ? ਰਾਬਰਟ ਕਲਾਈਵ ਨੇ ਜੇਮਸ ਰੇਨਲ ਨੂੰ ਕਹਿ ਕੇ ਇਹ ਨਕਸ਼ੇ ਬਣਵਾਏ। ਮਤਲਬ ਜੇਮਸ ਰੇਨਲ ਨੂੰ ਕੰਮ ਸੌਂਪਿਆ। ਸਾਨੂੰ ਕੁਐਸਚਨ ਆ ਸਕਦਾ ਕਿ ਰਾਬਰਟ ਕਲਾਈਵ ਨੇ ਹਿੰਦੁਸਤਾਨ ਦੇ ਨਕਸ਼ੇ ਬਣਾਉਣ ਦਾ ਕੰਮ ਕਿਹਨੂੰ ਸੌਂਪਿਆ, ਤਾਂ ਆਨਸਰ ਆਊਗਾ ਜੇਮਸ ਰੇਨਲ ਨੂੰ ਸੌਂਪਿਆ ਸੀਗਾ। ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਚੀਜ਼ ਤੁਹਾਨੂੰ ਪਹਿਲਾਂ ਪਤਾ ਸੀ ਜਾਂ ਨਹੀਂ, ਕਿਉਂਕਿ ਮੈਨੂੰ ਪਤਾ ਤੁਸੀਂ ਮਾਡਰਨ ਹਿਸਟਰੀ ਪੜ੍ਹਦੇ ਆਏ ਹੋ ਅਲੱਗ-ਅਲੱਗ ਚੈਨਲਾਂ ਤੋਂ, ਤੇ ਤੁਹਾਡੀ ਕੋਸ਼ਿਸ਼ ਹੁੰਦੀ ਆ ਕਿ ਤੁਹਾਨੂੰ ਸਟੋਰੀ ਵਾਂਗੂ ਕਿਤੇ ਨਾ ਕਿਤੇ ਮਿਲ ਜੇ, ਠੀਕ ਆ। ਤੇ ਮਤਲਬ ਐਡੇ ਤਾਂ ਹੁਣ ਤੁਸੀਂ ਜਵਾਕ ਨਹੀਂ ਨਾ ਕਿ ਤੁਸੀਂ ਪਹਿਲੀ ਵਾਰੀ ਮਾਡਰਨ ਹਿਸਟਰੀ ਪੜ੍ਹ ਰਹੇ ਆ, ਪੜ੍ਹੀ ਸਾਰੇ ਨੇ ਹੁੰਦੀ ਆ, ਪਰ ਇੱਕ ਪ੍ਰੋਪਰ ਸੀਕੁਐਂਸ ਨਹੀਂ ਆਪਾਂ ਨੂੰ ਪਤਾ ਹੁੰਦਾ, ਹਨਾ। ਉਸ ਤੋਂ ਬਾਅਦ ਕਹਿੰਦੇ ਭਾਰਤ ਤੇ ਅੰਗਰੇਜ਼ਾਂ ਦੀ ਜਿੱਤ ਸਥਾਪਿਤ ਕਰਨ ਦੀ ਪ੍ਰਕਿਰਿਆ ਵਿੱਚ ਨਕਸ਼ੇ ਤਿਆਰ ਸਨ। ਮੈਂ ਇਹੀ ਚੀਜ਼ ਦੱਸ ਕੇ ਗਈ ਵੀ ਨਕਸ਼ੇ ਇਹਨਾਂ ਨੇ ਬਸ ਇਸੇ ਚੀਜ਼ ਲਈ ਬਣਾਏ ਕਿ ਵੀ ਅੰਗਰੇਜ਼ਾਂ ਨੇ ਭਾਰਤ ਤੇ ਜਿੱਤ ਪ੍ਰਾਪਤ ਕੀਤੀ ਆ। ਇਸੇ ਦੇ ਸੰਬੰਧ ਵਿੱਚ ਨਕਸ਼ੇ ਬਣਾਏ ਵੀ ਆ ਵੀ ਇਲਾਕਾ ਜਿੱਤ ਲਿਆ, ਆ ਵੀ ਇਲਾਕਾ ਜਿੱਤ ਲਿਆ। ਕੋਈ ਭਾਰਤ ਦਾ ਇਹਨਾਂ ਨੇ ਮਾਣ ਨਹੀਂ ਵਧਾਇਆ, ਮਾਣ ਇਹਨਾਂ ਨੇ ਆਪਣਾ ਵਧਾਉਣ ਦੀ ਕੋਸ਼ਿਸ਼ ਕੀਤੀ ਨਕਸ਼ੇ ਬਣਾ ਕੇ, ਜੋ ਭਾਰਤ ਦੇ ਪਹਿਲੇ ਗਵਰਨਰ ਜਨਰਲ ਵਾਰਨ ਹੈਸਟਿੰਗ ਦੇ ਸ਼ਾਸਨ ਤੋਂ ਸ਼ੁਰੂ ਹੋ ਕੇ ਆਖਰੀ ਵਾਇਸਰਾਏ ਲਾਰਡ ਮਾਊਂਟਬੇਟਨ ਦੇ ਨਾਲ ਖਤਮ ਹੁੰਦੇ ਹਨ। ਮੋਸਟ ਇੰਪੋਰਟੈਂਟ ਵੇਖੋ, ਧਿਆਨ ਦੇ ਨਾਲ ਸਮਝਿਓ। ਜਦੋਂ ਅਸੀਂ ਗੱਲ ਕਰਦੇ ਆ 1947 ਤੱਕ, 1947 ਤੱਕ ਤੇ ਸਾਡਾ ਦੇਸ਼ ਆਜ਼ਾਦ ਹੋ ਗਿਆ, ਹਨਾ। ਸਾਡੀ ਆਪਣੀ ਸਭਾ ਬਣ ਗਈ, ਸਾਡਾ ਆਪਣਾ ਸੰਵਿਧਾਨ ਬਣ ਗਿਆ। ਤੇ ਫਿਰ ਕਿੱਥੇ ਅੰਗਰੇਜ਼ਾਂ ਦੇ ਬਣਾਏ ਹੋਏ ਨਕਸ਼ੇ ਸਾਡੇ ਕਿਤੇ ਸਾਡੇ ਵਾਲੇ ਮੰਨਦੇ ਹੀ ਕਿਤੇ, ਫਿਰ ਸਭ ਫਾੜ ਫੂੜ ਦਿੱਤੇ, ਕੰਮ ਇਹਨਾਂ ਦਾ ਸਮਾਪਤ ਕਰਤਾ। ਪਰ ਇਹ ਨਕਸ਼ੇ ਕਦੋਂ ਤੱਕ ਰਹੇ ਜਾਂ ਇਹ ਨਕਸ਼ੇ ਕਦੋਂ ਖਤਮ ਹੁੰਦੇ ਆ? ਇਹ ਨਕਸ਼ੇ ਮਤਲਬ ਜਿਹੜਾ ਪਹਿਲਾ ਗਵਰਨਰ ਜਨਰਲ ਆਉਂਦਾ ਵਾ ਇਹਨਾਂ ਦਾ ਵਾਰਨ ਹੈਸਟਿੰਗਸ, ਉਹਦੇ ਸ਼ਾਸਨ ਕਾਲ ਤੋਂ ਸ਼ੁਰੂ ਹੋ ਕੇ ਨਕਸ਼ੇ, ਜਿਹੜਾ ਆਖਰੀ ਵਾਇਸਰਾਏ ਲਾਰਡ ਮਾਊਂਟਬੇਟਨ, ਇਹਦਾ ਤੇ ਸਿਆਪਾ ਹੋਇਆ ਸਾਰਾ, ਹਨਾ। ਇਹਨੇ ਤਾਂ ਸਾਡੇ ਭਾਰਤ ਨੂੰ ਵੰਡਿਆ ਦੋ ਹਿੱਸਿਆਂ ਦੇ ਵਿੱਚ। ਆਖਰੀ ਵਾਇਸਰਾਏ ਲਾਰਡ ਮਾਊਂਟਬੇਟਨ ਜਿਹੜਾ, ਇਹਦੇ ਤੱਕ ਮਤਲਬ ਵਾਰਨ ਹੈਸਟਿੰਗ ਤੋਂ ਸ਼ੁਰੂ ਹੋ ਕੇ ਲਾਰਡ ਮਾਊਂਟਬੇਟਨ ਦੇ ਸ਼ਾਸਨ ਕਾਲ ਤੱਕ, ਯਾਨੀ ਕਿ 1947 ਤੋਂ ਪਹਿਲਾਂ ਲਗਭਗ ਇਹ ਨਕਸ਼ੇ ਜਿਹੜੇ ਚੱਲੇ ਆ। ਉਸ ਤੋਂ ਬਾਅਦ ਸਾਡੇ ਭਾਰਤੀਆਂ ਨੇ ਜਿੰਨੇ ਵੀ ਸਾਡੇ ਰਾਸ਼ਟਰੀ ਅੰਦੋਲਨ ਹੋਏ, ਹਨਾ, ਸਾਡੇ ਕਿੰਨੇ ਜ਼ਿਆਦਾ ਜਿੰਨੇ ਵੀ ਸਾਡੇ ਫਰੀडम ਫਾਈਟਰ ਹੋਏ ਆ, ਹਨਾ, ਉਹਨਾਂ ਨੇ ਇਹ ਸਭ ਨਕਸ਼ੇ ਨੁਕਸ਼ੇ
ਖਲਾਸ ਕਰਤੇ। ਠੀਕ ਆ, ਪਰ ਇਹ ਆ ਜਿਹੜਾ ਨੀਚੇ ਬਣੀਆਂ ਮੈਂ 3-4 ਲਾਈਨਾਂ ਦਸੀਆਂ, ਇਹ ਮੋਸਟ ਇੰਪੋਰਟੈਂਟ ਆ। ਤੁਸੀਂ ਇਹਨਾਂ ਨੂੰ ਨੋਟ ਕਰਨਾ ਤਾਂ ਕਰ ਲਓ। ਵੈਸੇ ਮੈਂ ਟੈਲੀਗ੍ਰਾਮ ਤੇ ਵੀ PDF ਜਿਹੜੀ ਉਹ ਪ੍ਰੋਵਾਈਡ ਕਰਦੀ ਹੁੰਦੀ ਆ। ਸੋ ਮੈਂ ਇੱਕ ਵਾਰੀ ਫੇਰ ਰਿਪੀਟ ਕਰਦੀ ਆ। ਰਾਬਰਟ ਕਲਾਈਵ ਨੇ ਜੇਮਸ ਰੇਨਲ ਨੂੰ ਹਿੰਦੁਸਤਾਨ ਦੇ ਨਕਸ਼ੇ ਬਣਾਉਣ ਦਾ ਕੰਮ ਸੌਂਪਿਆ ਸੀ, ਭਾਰਤ ਤੇ ਅੰਗਰੇਜ਼ਾਂ ਦੀ ਜਿੱਤ ਸਥਾਪਿਤ ਕਰਨ ਦੀ ਪ੍ਰਕਿਰਿਆ ਦੇ ਵਾਸਤੇ, ਜੋ ਭਾਰਤ ਦੇ ਪਹਿਲੇ ਗਵਰਨਰ ਜਨਰਲ ਵਾਰਨ ਹੈਸਟਿੰਗ ਦੇ ਸ਼ਾਸਨ ਤੋਂ ਸ਼ੁਰੂ ਹੋ ਕੇ ਆਖਰੀ ਵਾਇਸਰਾਏ ਲਾਰਡ ਮਾਊਂਟਬੈਟਨ ਦੇ ਨਾਲ ਖਤਮ ਹੋ ਜਾਂਦੇ ਹਨ। ਸੋ ਇੱਥੋਂ ਕੋ ਇੱਕ ਬੇਸ ਸਟਾਰਟ ਹੋ ਗਿਆ। ਹੁਣ ਆਪਾਂ ਇਸ ਤੋਂ ਅੱਗੇ ਜਾਣ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਬਾਅਦ ਆਧੁਨਿਕ ਕਾਲ ਤੇ ਝਾਤ ਅਤੇ ਕਾਲ ਵੰਡ। ਠੀਕ ਹੈ, ਸੌਰੀ। ਠੀਕ ਹੈ, ਜਦੋਂ ਅਸੀਂ ਮਾਡਰਨ ਹਿਸਟਰੀ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਸਾਡਾ ਆਧੁਨਿਕ ਸਮਾਂ ਆ ਇਹਦੀ ਕਾਲ ਵੰਡ ਕਿਸ ਤਰ੍ਹਾਂ ਹੋਈ। ਠੀਕ ਹੈ, ਜਦੋਂ 1817 ਦਾ ਸਮਾਂ ਆਉਂਦਾ, ਅਜੇ ਵੀ ਨਾ ਮਤਲਬ ਮੇਰੀ ਸਿਹਤ ਪੂਰੀ ਤਰ੍ਹਾਂ ਠੀਕ ਨਹੀਂ ਹੋਈ, ਖਾਂਸੀ ਨਹੀਂ ਠੀਕ ਹੋ ਰਹੀ। ਜਿਹੜੇ ਤੁਸੀਂ ਮੈਨੂੰ ਦੇਸੀ ਨੁਸਖੇ ਦੱਸੇ ਸੀ ਮੈਂ ਉਹ ਵੀ ਕਰ ਵੇਖ ਲਏ। ਠੀਕ ਆ, ਪਰ ਕੋਈ ਫਰਕ ਨਹੀਂ ਪੈ ਰਿਹਾ। 1817 ਈਸਵੀ ਦੇ ਵਿੱਚ ਸਕਾਟਲੈਂਡ ਦੇ ਅਰਥ ਸ਼ਾਸਤਰੀ ਅਤੇ ਰਾਜਨੀਤਿਕ ਦਰਸ਼ਨ ਸ਼ਾਸਤਰੀ ਜੇਮਸ ਮਿਲ, ਯਾਦ ਕਰੋ ਸਾਡਾ 30 ਅਪ੍ਰੈਲ 2023 ਵਾਲਾ ਪੇਪਰ ਜਿਹੜਾ ਪਿੱਛੇ ਹੀ ਹੋ ਕੇ ਹਟਿਆ, ਪੁੱਛਿਆ ਗਿਆ ਹੈ ਕਿ ਜੇਮਸ ਮਿਲ ਨੇ ਭਾਰਤੀ ਇਤਿਹਾਸ ਨੂੰ ਕਿੰਨੇ ਕਾਲਾਂ ਵਿੱਚ ਵੰਡਿਆ। ਉਹ ਆ ਜਿਹੜੀ ਥਿਊਰੀ ਇੱਥੇ ਬੋਰਡ ਤੇ ਲਿਖੀ ਹੋਈ ਨਾ, ਇੱਥੋਂ ਹੀ ਉਹ ਕੁਐਸਚਨ ਆਇਆ ਸੀ। ਸੋ ਮਤਲਬ ਮੈਨੂੰ ਬਾਹਲਾ ਰੌਲਾ ਜਿਹਾ ਨਹੀਂ ਪਾਉਣਾ ਆਉਂਦਾ, ਪਰ ਮੇਰਾ ਕਰਵਾਇਆ ਹੋਇਆ ਕੰਟੈਂਟ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਠੀਕ ਹੈ, ਜਿਹੜਾ ਜੇਮਸ ਮਿਲ ਸੀ ਕਿੱਥੋਂ ਦਾ ਸੀਗਾ? ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਸਕਾਟਲੈਂਡ ਦਾ ਸੀਗਾ। ਇਹਨੇ ਇੱਕ ਪੁਸਤਕ ਲਿਖੀ ਸੀ ਦਾ ਹਿਸਟਰੀ ਬ੍ਰਿਟਿਸ਼ ਆਫ ਇੰਡੀਆ। ਦਾ ਹਿਸਟਰੀ ਬ੍ਰਿਟਿਸ਼ ਆਫ ਇੰਡੀਆ ਵਿੱਚ ਇਹਨੇ ਭਾਰਤੀ ਇਤਿਹਾਸ ਨੂੰ 3 ਕਾਲਾਂ ਵਿੱਚ ਵੰਡਿਆ, ਪਰ ਭਾਰਤੀ ਇਤਿਹਾਸਕਾਰਾਂ ਨੇ ਇਸ ਕਾਲ ਵੰਡ ਨੂੰ ਨਹੀਂ ਮੰਨਿਆ। ਹਾਏ ਰੱਬਾ, ਓਹੋ, ਤੁਹਾਨੂੰ ਲੱਗਦਾ ਹੋਊਗੀ ਦੀਦੀ ਨੇ ਨਾ ਜਾਣ ਬੁੱਝ ਕੇ ਕਲਾਸਾਂ ਘਟਾਤੀਆਂ ਪਿਛਲੇ 1-2 ਦਿਨਾਂ ਦੀਆਂ। ਤੁਹਾਡੇ ਸਾਹਮਣੇ ਆ ਮੇਰਾ ਬਹੁਤ ਬੁਰਾ ਹਾਲ ਹੀ, ਮੈਨੂੰ ਮਤਲਬ ਬੋਲਿਆ ਹੀ ਨਹੀਂ ਜਾਂਦਾ ਸੀ ਕਲਾਸ ਦੇ ਵਿੱਚ। ਠੀਕ ਹੈ, ਤਾਂ ਕਰਕੇ ਮੈਂ ਥੋੜਾ ਗੈਪ ਪਾਇਆ ਸੀ। ਠੀਕ ਹੈ, ਜਿਹੜਾ ਜੇਮਸ ਮਿਲ ਸੀਗਾ ਇਹਨੇ ਜਿਹੜੇ 3 ਕਾਲਾਂ ਦੇ ਵਿੱਚ ਵੰਡਿਆ ਸੀ, ਬ੍ਰਿਟਿਸ਼, ਹਿੰਦੂ ਤੇ ਮੁਸਲਿਮ। ਬ੍ਰਿਟਿਸ਼, ਹਿੰਦੂ ਤੇ ਮੁਸਲਿਮ ਇਹਨੇ ਇਹ ਵਾਲੇ 3 ਕਾਲਾਂ ਦੇ ਵਿੱਚ ਵੰਡਿਆ ਸੀਗਾ। ਪਰ ਜਿਹੜੇ ਸਾਡੇ ਭਾਰਤੀ ਇਤਿਹਾਸਕਾਰ ਸੀ, ਕਿਉਂਕਿ ਇਹ ਤਾਂ ਸਕਾਟਲੈਂਡ ਦਾ ਇਤਿਹਾਸਕਾਰ ਸੀ ਨਾ, ਪਰ ਜਿਹੜੇ ਸਾਡੇ ਭਾਰਤੀ ਇਤਿਹਾਸਕਾਰ ਸੀ ਇਹਨਾਂ ਨੇ ਇਸ ਵੰਡ ਨੂੰ ਨਹੀਂ ਸੀ ਮੰਨਿਆ, ਕਿਉਂਕਿ ਬ੍ਰਿਟਿਸ਼ ਭਾਰਤ ਦਾ ਇਤਿਹਾਸ ਸੀ। ਕਿਉਂਕਿ ਇਹਨੂੰ ਭਾਰਤੀ ਇਤਿਹਾਸਕਾਰ ਇਹਨੂੰ ਬ੍ਰਿਟਿਸ਼ ਭਾਰਤ ਦਾ ਇਤਿਹਾਸ ਮੰਨਦੇ ਸੀ। ਭਾਰਤੀ ਇਤਿਹਾਸਕਾਰਾਂ ਨੇ ਇਤਿਹਾਸ ਨੂੰ 3 ਕਾਲਾਂ ਵਿੱਚ ਪ੍ਰਾਚੀਨ, ਮੱਧਕਾਲ ਤੇ ਆਧੁਨਿਕ ਕਾਲ, ਮਤਲਬ ਜਿਹੜੇ ਸਾਡੇ ਭਾਰਤੀ ਇਤਿਹਾਸਕਾਰ ਸੀ ਉਹਨਾਂ ਨੇ ਸਾਡੇ ਇਤਿਹਾਸ ਨੂੰ 3 ਕਾਲਾਂ ਦੇ ਵਿੱਚ ਵੰਡਿਆ। ਉਹਨਾਂ ਨੇ ਵੀ 3 ਕਾਲਾਂ ਦੇ ਵਿੱਚ, ਪਰ ਉਹਨਾਂ ਨੇ ਪ੍ਰਾਚੀਨ ਕਾਲ, ਮੱਧਕਾਲ ਤੇ ਆਧੁਨਿਕ ਕਾਲ ਦੇ ਵਿੱਚ ਵੰਡਿਆ, ਜਿਹਨੂੰ ਅਸੀਂ ਏਸ਼ੀਅੰਟ, ਮੈਡੀਵਲ ਤੇ ਮਾਡਰਨ ਕਹਿ ਦਿੰਦੇ ਆ। ਪਰੰਤੂ ਇਹਨਾਂ ਕਾਲਾਂ ਦਾ ਸਮਾਂ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਹੈ। ਬਸ ਆਹੀ ਚੀਜ਼ ਇੰਪੋਰਟੈਂਟ ਸੀ ਜਿਹੜੀ ਅੱਜ ਦੀ ਮੈਂ ਇਸ ਕਲਾਸ ਦੇ ਵਿੱਚ ਤੁਹਾਡਾ ਬੇਸ ਬਣਾਉਣਾ ਚਾਹੁੰਦੀ ਸੀ। ਜਦੋਂ ਆਪਾਂ ਮਾਡਰਨ ਹਿਸਟਰੀ ਦੀ ਸ਼ੁਰੂਆਤ ਕਰਦੇ ਆ ਤਾਂ ਹਰ ਇੱਕ ਦੇਸ਼ ਦੇ ਵਿੱਚ ਮਾਡਰਨ ਹਿਸਟਰੀ ਦਾ ਸਮਾਂ ਅਲੱਗ-ਅਲੱਗ ਆ। ਠੀਕ ਹੈ, ਵੇਖੋ ਕਿਵੇਂ ਯੂਰਪ ਵਿੱਚ ਆਧੁਨਿਕ ਕਾਲ ਦਾ ਆਰੰਭ 16ਵੀਂ ਸਦੀ ਵਿੱਚ ਸ਼ੁਰੂ ਹੋਇਆ। ਜਿਹੜੇ ਯੂਰਪੀ ਦੇਸ਼ ਆ, ਯੂਰਪੀ ਕੰਟੀਨੈਂਟ ਦੇ ਜਿਹੜੇ ਦੇਸ਼ ਆ, ਉੱਥੇ ਜਿਹੜਾ ਆਪਣਾ ਆਧੁਨਿਕ ਕਾਲ ਦਾ ਸਮਾਂ ਵਾ ਉਹ 16ਵੀਂ ਸਦੀ ਵਿੱਚ ਸ਼ੁਰੂ ਹੋਇਆ। ਪਰ ਸਾਡੇ 16ਵੀਂ ਸਦੀ ਦੇ ਵਿੱਚ ਆਧੁਨਿਕ ਕਾਲ ਤੇ ਹੈ ਹੀ ਨਹੀਂ ਸੀ। ਸਾਡੇ ਕਿਹੜਾ ਸਮਾਂ ਚੱਲਦਾ ਪਿਆ ਸੀ? ਸਾਡੇ ਸਮਾਂ ਚੱਲਦਾ ਪਿਆ ਸੀ ਬਾਬਰ ਦਾ, ਹਮਾਯੂ ਦਾ, ਅਕਬਰ ਦਾ। ਜਦੋਂ ਇਹ ਮੁਗਲ ਸ਼ਾਸਕ ਜਿਹੜੇ ਸੀ ਸਾਡੇ ਤੇ ਰਾਜ ਕਰਦੇ ਸੀ, ਉਦੋਂ ਸਾਡੇ ਭਾਰਤ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਇਆ ਵੀ ਜਦੋਂ ਯੂਰਪੀ ਦੇਸ਼ਾਂ ਦੇ ਵਿੱਚ ਆਧੁਨਿਕ ਕਾਲ ਦਾ ਸਮਾਂ ਸ਼ੁਰੂ ਹੋਇਆ, ਉਦੋਂ ਭਾਰਤ ਦੇ ਵਿੱਚ ਸਿਰਫ ਅਜੇ ਮੱਧਕਾਲੀਨ ਯੁੱਗ ਹੀ ਚੱਲਦਾ ਪਿਆ ਸੀ। ਆਹੀ ਚੀਜ਼ ਮੈਂ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਬਿਠਾਉਣਾ ਚਾਹੁੰਦੀ ਸੀ ਇਸ ਕਰਕੇ। ਤੇ ਠੀਕ ਹੈ, ਤਰੀਕਾਂ ਬਹੁਤ ਜ਼ਰੂਰੀ ਹੁੰਦੀਆਂ ਵਾ। ਮਾਡਰਨ ਹਿਸਟਰੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਨਾ
हर एक चीज की डेप्थ दे विच जाण दी जरूर कोशिश करया करो। हुण की निकल के सामने आया, क्वेश्चन आऊगा कि यूरोपी देशां दे विच आधुनिक काल दा समां कदों शुरू हुंदा वा? 16वीं सदी विच। ते जे क्वेश्चन आ जाए कि भारत विच आधुनिक काल दा समां शुरू कदों हुंदा वा? आंसर आऊगा 18वीं सदी, क्योंकि इत्थे 16वीं सदी आंसर नहीं आऊगा। 16वीं सदी विच भारत दे विच मध्यकालीन युग सी, पर इहदे ओपोजिट यूरोपी देशां दे विच किहड़ा समां सीगा? आधुनिक काल दा समां सी, यानी कि साडा भारत उन्हां नालों पिछे सीगा आधुनिकीकरण दे युग दे विच। ठीक है, पहला यूरोपी देश आधुनिक युग वेख चुके सी, उदों साडे भारत दे विच सिर्फ जे बाबर, हुमायूं, अकबर इन्हां मुगल शासकां दा राज ही चलदा पिया सी। गल क्लीयर इत्थों तक? अजे अपना आ वाला टॉपिक खत्म नहीं होया, आधुनिक काल ते झात ते कालवंड। अगे कंटिन्यू करदे हैं इनू। नैक्सट देखो, कहंदे भारत विच आधुनिक काल दा समां औरंगजेब दी मौत पिछों होया 18वीं सदी दे विच। पर यूरोपी देशां विच कदों होया? 16वीं सदी विच। 18वीं सदी किहड़ी? जदों औरंगजेब दी मौत हुंदी आ। इस तो बाद सारियां नवीआं शक्तियां जिवें मराठे हो गया, सिख, रहेले, पठान आद, राजपूत आद दा जिहड़ा उभारिया होया है ना, इन्हां दे आपसी झगड़ियां ने बहुत सारियां विदेशी शक्तियां नूं जिवें पुर्तगाली हो गया है ना, डच हो गए, फ्रांसीसी हो गए, अंग्रेज हो गए नूं भारत विच आउण दा सर्वोच्चता स्थापित करन दा सद्दा दिता। पॉइंट नूं समझण दी कोशिश करियो। जदों औरंगजेब दी मौत हो जाती है, क्योंकि एक मुगलों का बहुत ही शक्तिशाली शासक सीगा, भारत के हरेक प्रांत ते इन्हें राज किया है ना, ते जदों इहदी मौत हो जाती है ते होर शक्तियां जिहड़ियां वा उत्पन्न होईयां, रहीले आ गए, पठान आ गए, मराठे आ गए। कोई सोचदा ही साडा राज हो जे भारत ते, कोई सोचदा ही साडा राज हो जे, है ना। ते इन्हां ने की कीता, ये आपस च लड़न लग गए। जदों ये आपस लड़न लग गए, इन्हां दा जिहड़ा आपसी टकराव ही, ਉਹ टकराव ਦਾ नतीजा की निकलिया कि विदेशियों ने जिहड़ा वा इस चीज का फायदा उठाना शुरू कर दिता, ते अंग्रेज ते जिवें पुर्तगाली, डच, फ्रांसीसी इन्हां ने साडे भारत दे विच आउणा शुरू कर दिता। ते मैं बहुत हैरान हुंदी हुंदी आ जिहड़े अज तक ये कहंदे आए आ जी वास्को डी गामा ना जी घूमण आया ही भारत दे विच, ते मैं ये सोचदी हुंदी भी किते ओह इन्ना दिमाग ला लिया करन भी उन्हें इन्नी जान अपनी खतरे च पा के पता नहीं किन्ने नाल यात्री लैके आया। ये भी नहीं तुहानूं पता हुण, हना। मैं तुहानूं करवा चुकी हाँ, ਜਿਹੜੇ ਬੱਚੇ ਪਹਿਲਾਂ ਤੋਂ जुड़े उन्होंने मैं करवा चुकी हाँ कि वास्को डी गामा कल्ला नहीं सी आया। ठीक है, जहाज नाल लैके आया सी, यात्री भी उहदे नाल काफी आए सी। किन्ने वो जहाज लैके आया सी, किन्ने वो यात्री लैके आया सी, किन्ने उहदे नाल जींदे बचे, किन्ने मरे, ये सारा कुछ मैं करवाया। ते जिन्हां ने मेरे तो कीता, मेरे पुराने बच्चे, मैं होप करदी हाँ भी उस चीज का आंसर जिहड़ा वा कमेंट सैक्शन दे विच जरूर लिख के भेजणगे। ठीक है, ते इह चीज नूं ध्यान दे विच रखियो। हुण तुहानूं पता लग गया कि आ जिहड़े साडे पुर्तगाली, डच, फ्रांसीसी, अंग्रेज साडे भारत विच किद्दां आउंदे आ। इन्हां नूं लिआउण दा सारा जिहड़ा हैगा वा मराठे, रोहीले, पठान, ठीक है, राजपूत जिन्ने भी सीगे औरंगजेब की मौत पिछों ये सुतंत्र हो गए। जदों सुतंत्र हो गए, क्योंकि अज तक तो टक्कर लैंदा आया औरंगजेब इन्हां सारियां नाल, हना। ते जदों ये सुतंत्र हो गए मौत तो बाद, हना, ते मराठे चाहुंदे ही साडा राज हो जे, राजपूत चाहुंदे ही साडा राज हो जे। जदों ये आपस च टकराउण लग गए ते इन्हां दे टकराउण दा नतीजा की निकलिया भी विदेशी कंपनियां दा नूं सद्दा एक हिसाब दा लाता। इन्हां ने सद्दा लाता भी तुसीं आ जाओ, आपस च ते यूनिटी है नहीं ते लोकां ने ते फिर आउणा ही आ। जिद्दां हुण घर दे विच यूनिटी ना होवे, हना, घर दे विच सारे एक दूजे नाल मूंह विंगे बना के रखे होण ते बाहर ला के चातर बनदा हुंदा, इदां हुंदा ना। बस उही काम साडे नाल होया ही, इन्हां ने आपस च आके लड़ना शुरू कर दिता ते विदेशी कंपनियां आ गईयां ते उन्हां ने आके जिहड़ा वा अधिकार जमाउणा शुरू कर दिता। कहंदे भारत विच यूरोपीयन कंपनियां शक्तियां दे आउण नाल आधुनिक काल दा आरंभ हुंदा ए। बस ठीक है, हुण वेखो किन्नी घैंट मैं डाटा तुहानूं मैं करवाया। एक तां मैं तुहानूं ये दस्सिया कि पहला नक्शे जिहड़े बनाए आ अंग्रेजां ने, पहला तां ओह रद्द होए, हना, ओह नक्शे रद्द हुंदे आ, हना। जेम्स मिल जिहड़ा वा ओह 3 कालां विच वंडदा, जिन्हों कि भारती इतिहासकार साडे रद्द कर दिंदे आ।
ਯੂਰਪੀਅਨ ਵਿੱਚ ਆਧੁਨਿਕ ਕਾਲ ਦਾ ਸਮਾਂ 16ਵੀਂ ਸਦੀ ਸ਼ੁਰੂ ਹੋਇਆ, ਪਰ ਸਾਡੇ 18ਵੀਂ ਚ ਆ ਕੇ ਹੋਇਆ ਹਨਾ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਕਿ ਔਰੰਗਜ਼ੇਬ ਦੀ ਮੌਤ ਹੁੰਦੀ ਆ। ਇਹ ਜਿਹੜੇ ਮਰਾਠੇ ਆ, ਰੋਹੀਲੇ ਆ, ਰਾਜਪੂਤ ਆ, ਸਿੱਖ ਹਨਾ, ਆਪਸ ਚ ਲੜਨਾ ਸ਼ੁਰੂ ਕਰਦਾ। ਇਹ ਆ ਚੀਜ਼ ਗਲਤ ਆ। ਸਿੱਖਾਂ ਨੇ ਮਤਲਬ ਸਿੱਖਾਂ ਦੇ ਤਾਂ ਇਹ ਸਾਰੇ ਵੈਰੀ ਸੀਗੇ ਹਨਾ। ਤੇ ਜਦੋਂ ਔਰੰਗਜ਼ੇਬ ਦੀ ਮੌਤ ਹੋਈ ਆ, ਉਸ ਤੋਂ ਬਾਅਦ ਸਿੱਖਾਂ ਨੇ ਤਾਂ ਕਿਸੇ ਦੇ ਨਾਲ ਟੱਕਰ ਲਈ ਨੀ ਗੀ। ਇਹ ਚੀਜ਼ ਮੈਂ ਨਹੀਂ ਐਕਸੈਪਟ ਕਰਦੀ, ਨਾ ਹੀ ਮੇਰਾ ਇਹ ਦਿਲ ਐਕਸੈਪਟ ਕਰਦਾ, ਕਿਉਂਕਿ ਇਹਨਾਂ ਨੇ ਕਿਹਾ ਕਿ ਸਿੱਖ, ਰਹੀਲੇ, ਪਠਾਨ, ਰਾਜਪੂਤ ਆਪਸ ਚ ਲੜਨ ਲੱਗ ਗਏ। ਹਾਂ ਠੀਕ ਆ, ਸਿੱਖ ਜਿਹੜੇ ਸੀ ਮੁਗਲਾਂ ਨਾਲ ਟੱਕਰ ਲਈ ਆ, ਸਾਡੇ ਸਿੱਖਾਂ ਨੇ ਮੁਗਲਾਂ ਦੇ ਨਾਲ ਟੱਕਰ ਲਈ ਆ, ਪਰ ਰਹੀਲੇ, ਪਠਾਣਾ, ਮਰਾਠਿਆਂ ਦੇ ਨਾਲ ਤਾਂ ਕੋਈ ਟੱਕਰ ਲੈਣ ਦਾ ਕੰਮ ਹੀ ਨਹੀਂ ਹੈਗਾ ਸਾਡਾ, ਨਾ ਹੀ ਇਹਨਾਂ ਨੇ ਟੱਕਰ ਲਈ ਆ ਸਾਡੇ ਵਾਲਿਆਂ ਨੇ ਹਨਾ। ਜੇਕਰ ਅਸੀਂ ਆਪਣੇ ਗੁਰੂਆਂ ਦੀ ਵੀ ਗੱਲ ਕਰੀਏ ਤੇ ਮੁਗਲਾਂ ਨਾਲ ਟੱਕਰ ਰਹੀ ਆ। ਤੇ ਕਿਤੇ ਨਾ ਕਿਤੇ ਇਹ ਪੁਆਇੰਟ ਮਤਲਬ ਇਸ ਪੁਆਇੰਟ ਲਈ ਮੈਂ ਐਗਰੀ ਨਹੀਂ ਹੈਗੀ, ਪਰ ਐਨਸੀਈਆਰਟੀ ਦੇ ਵਿੱਚ ਇਹ ਚੀਜ਼ਾਂ ਲਿਖੀਆਂ। ਸੋ ਕੁੱਲ ਮਿਲਾ ਕੇ ਤੁਹਾਨੂੰ ਪਤਾ ਲੱਗ ਗਿਆ ਕਿ ਕਿੱਦਾਂ ਇਹ ਜਿਹੜੀਆਂ ਨਵੀਆਂ ਸ਼ਕਤੀਆਂ ਉੱਭਰੀਆਂ ਔਰੰਗਜ਼ੇਬ ਦੀ ਮੌਤ ਤੋਂ ਬਾਅਦ, ਇਹਨਾਂ ਨੇ ਆਪਸ ਚ ਲੜਨਾ ਸ਼ੁਰੂ ਕਰਤਾ। ਤੇ ਜਦੋਂ ਇਹਨਾਂ ਨੇ ਆਪਸ ਇਹਨਾਂ ਦੀ ਯੂਨਿਟੀ ਖਤਮ ਹੋ ਗਈ, ਆਪਸ ਇੱਕ ਦੂਜੇ ਨੂੰ ਮਾਰਨਾ, ਕੁੱਟਣਾ, ਵੱਢਣਾ ਸ਼ੁਰੂ ਕਰ ਦਿੱਤਾ ਹਨਾ। ਤੇ ਉਸ ਤੋਂ ਬਾਅਦ ਬਾਹਰਲੀਆਂ ਕੰਪਨੀਆਂ ਆਉਂਦੀਆਂ ਗਈਆਂ ਤੇ ਉਹਨਾਂ ਨੇ ਆ ਕੇ ਸਾਡੇ ਭਾਰਤ ਦੇ ਵਿੱਚ ਆਧੁਨਿਕ ਯੁੱਗ ਦਾ ਆਰੰਭ ਕੀਤਾ। ਤੇ ਅੱਜ ਤੱਕ ਜਿਨ੍ਹਾਂ ਨੂੰ ਨਹੀਂ ਸੀ ਪਤਾ ਕਿ ਭਾਰਤ ਦੇ ਵਿੱਚ ਆਧੁਨਿਕ ਕਾਲ ਦਾ ਸਮਾਂ ਕਿੱਦਾਂ ਸ਼ੁਰੂ ਹੁੰਦਾ, ਉਮੀਦ ਆ ਉਹਨਾਂ ਨੂੰ ਪਤਾ ਲੱਗ ਗਿਆ ਹੋਊਗਾ। ਇਹ ਕੰਪਨੀਆਂ ਦੇ ਆਉਣ ਨਾਲ ਹੀ, ਵਿਦੇਸ਼ੀ ਕੰਪਨੀਆਂ ਦੇ ਭਾਰਤ ਵਿੱਚ ਆਉਣ ਨਾਲ ਹੀ ਸਾਡੇ ਭਾਰਤ ਦੇ ਵਿੱਚ ਆਧੁਨਿਕ ਯੁੱਗ ਦਾ ਸਮਾਂ ਜਿਹੜਾ ਵਾ ਸ਼ੁਰੂ ਹੁੰਦਾ। ਉਸ ਤੋਂ ਬਾਅਦ ਨੈਕਸਟ ਜਿਹੜੀ ਹੁਣ ਮੈਂ ਤੁਹਾਨੂੰ ਗੱਲ ਸਮਝਾਉਣ ਜਾ ਰਹੀ ਹਾਂ, ਜੇਮਸ ਮਿਲ। ਜੇਮਸ ਮਿਲ ਨੇ ਭਾਰਤੀ ਇਤਿਹਾਸ ਨੂੰ ਜਿਹੜੇ 3 ਕਾਲਾਂ ਦੇ ਵਿੱਚ ਵੰਡਿਆ। ਆਖਰ ਕੀ ਕਾਰਨ ਸੀ, ਉਹ ਕੀ ਸੋਚਦਾ ਸੀ, ਕਿਉਂ ਵੰਡਿਆ ਉਹਨੇ, ਇਸ ਚੀਜ਼ ਨੂੰ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ। ਠੀਕ ਹੈ, ਵੇਖੋ ਮਿਲ ਦੀ ਜਿਹੜੀ ਸੋਚ ਸੀ ਨਾ, ਜੇਮਸ ਮਿਲ ਜਿਹਨੇ ਸਾਡੇ ਭਾਰਤੀ ਇਤਿਹਾਸ ਨੂੰ 3 ਕਾਲਾਂ ਦੇ ਵਿੱਚ ਵੰਡਿਆ ਹਨਾ, ਇਹਦੀ ਸੋਚ ਇੰਨੀ ਕੁ ਘਟੀਆ ਕਿਸਮ ਦੀ ਸੋਚ, ਸਾਡੇ ਲਈ ਘਟੀਆ ਕਿਸਮ ਦੀ ਸੋਚ ਸੀ। ਵੇਖੋ ਇਹਦੇ ਵਿਚਾਰ ਕੀ ਸੀ, ਇਹਨੇ ਕਿਹਨਾਂ ਵਿਚਾਰਾਂ ਦੇ ਆਧਾਰ ਤੇ ਭਾਰਤ ਨੂੰ 3 ਕਾਲਾਂ ਦੇ ਵਿੱਚ ਵੰਡਿਆ। ਵੇਖੋ ਇਹ ਕਹਿੰਦਾ, ਮਿਲ ਨੂੰ ਲੱਗਦਾ ਸੀ ਕਿ ਸਾਰੇ ਏਸ਼ੀਆਈ ਦੇਸ਼ ਸਭਿਅਤਾ ਦੇ ਮਾਮਲੇ ਵਿੱਚ ਯੂਰਪ ਨਾਲੋਂ ਪਿੱਛੇ ਆ। ਕਹਿੰਦਾ ਜੋ ਕੁਛ ਅਸੀਂ ਆ, ਜੋ ਕੁਛ ਯੂਰਪੀ ਆ, ਠੀਕ ਆ, ਬਾਕੀ ਜਿਹੜੇ ਏਸ਼ੀਆ ਦੇ ਦੇਸ਼ ਆ ਉਹ ਯੂਰਪ ਨਾਲੋਂ ਪਿੱਛੇ ਆ। ਫਿਰ ਕਹਿੰਦਾ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇੱਥੇ ਹਿੰਦੂ ਮੁਸਲਮਾਨਾਂ ਦਾ ਤਾਨਾਸ਼ਾਹ ਰਾਜ ਚੱਲਦਾ ਸੀ। ਇਹ ਕਹਿੰਦਾ, ਤੇ ਜਦੋਂ ਕਹਿੰਦਾ ਅੰਗਰੇਜ਼ ਆ ਗਏ ਤੇ ਆ ਹਿੰਦੂ ਮੁਸਲਮਾਨ ਜਿਹੜੇ ਲੋਕਾਂ ਦੇ ਤਾਨਾਸ਼ਾਹ ਰਾਜ ਕਰਦੇ ਸੀ, ਇਹ ਰਾਜ ਕਰਨੋਂ ਹਟ ਗਏ। ਰਾਜ ਕਰਨੋਂ ਤਾਂ ਅਗਲਾ ਨੇ ਆਪੇ ਹਟਣਾ ਸੀ ਜਦੋਂ ਤੁਸੀਂ ਸਾਰੀਆਂ ਚੀਜ਼ਾਂ ਦਾ ਅਧਿਕਾਰ ਜਮਾ ਲਿਆ ਹਨਾ। ਚਾਰੇ ਪਾਸੇ ਧਾਰਮਿਕ ਵੈਰ, ਜਾਤੀਗਤ ਬੰਧਨ ਅਤੇ ਅੰਧ ਵਿਸ਼ਵਾਸਾਂ ਦਾ ਬੋਲਬਾਲਾ ਸੀ। ਕਹਿੰਦਾ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਭਾਰਤ ਦੇ ਵਿੱਚ ਧਾਰਮਿਕ ਵੈਰ ਵਿਰੋਧ ਬਹੁਤ ਜ਼ਿਆਦਾ ਹੀ, ਜਾਤੀਗਤ ਬੰਧਨ ਹਨਾ, ਅੰਧ ਵਿਸ਼ਵਾਸਾਂ ਦੇ ਵਿੱਚ ਲੋਕ ਫੈਲੇ ਸੀ। ਕਹਿੰਦਾ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ, ਕਹਿਣ ਦਾ ਭਾਵ ਇਹ ਵੀ ਕਹਿੰਦਾ ਜੋ ਕੁਝ ਹੋਇਆ ਅੰਗਰੇਜ਼ਾਂ ਦੇ ਆਉਣ ਨਾਲ ਹੋਇਆ। ਕਹਿੰਦਾ ਬ੍ਰਿਟਿਸ਼ ਸ਼ਾਸਨ ਭਾਰਤ ਨੂੰ ਸੱਭਿਅਤਾ ਦੀ ਰਾਹ ਤੇ ਲੈ ਕੇ ਜਾਵੇਗਾ। ਵੇਖੋ ਇਹਦਾ ਕਿੱਡਾ ਵੱਡਾ ਵਹਿਮ ਪਾਲੀ ਬੈਠਾ ਸੀ ਹਨਾ। ਇਹ ਕਹਿੰਦਾ ਬ੍ਰਿਟਿਸ਼ ਸ਼ਾਸਨ ਹੀ ਭਾਰਤ ਨੂੰ ਸੱਭਿਅਕ ਬਣਾ ਸਕਦਾ ਵਾ, ਇਹ ਮੰਨਦਾ ਹੀ ਇਹ ਚੀਜ਼। ਇਸ ਲਈ ਭਾਰਤ ਵਿੱਚ ਯੂਰਪੀ ਸੱਭਿਆਚਾਰ ਅਤੇ ਯੂਰਪੀਅਨ ਕਾਨੂੰਨ ਲਾਗੂ ਕੀਤਾ ਜਾਵੇ। ਇਹ ਕਹਿੰਦਾ ਕਿ ਪੂਰੇ ਭਾਰਤ ਵਿੱਚ ਯੂਰਪੀਅਨ ਮਿਸ਼ਨਰੀਆਂ ਖੋਲ ਦੇਣੀਆਂ ਚਾਹੀਦੀਆਂ, ਯੂਰਪੀ ਕਾਨੂੰਨ ਜਿਹੜੇ ਭਾਰਤ ਵਿੱਚ ਲਾਗੂ ਕਰ ਦਿੱਤੇ ਜਾਣੇ ਚਾਹੀਦੇ। ਇੱਥੋਂ ਤੱਕ ਵੀ ਇਹਨੇ ਕਿਹਾ, ਕਹਿੰਦਾ ਕਿ ਅੰਗਰੇਜ਼ਾਂ ਨੂੰ ਭਾਰਤ ਦੇ ਪੂਰੇ ਭੂ-ਭਾਗ ਤੇ ਕਬਜ਼ਾ ਕਰ ਲੈਣਾ ਚਾਹੀਦਾ। ਇਹ ਸਾਰੇ ਦੇ ਸਾਰੇ ਵਿਚਾਰ ਕਿਹਦੇ ਸੀਗੇ? ਜੇਮਸ ਮਿਲ ਦੇ ਸੀ। ਹੁਣ ਜੇਮਸ ਮਿਲ ਦੇ ਤੁਹਾਨੂੰ 2 ਕੁਐਸਚਨ ਬਣ ਸਕਦੇ ਆ। ਇੱਕ ਤਾਂ ਪਹਿਲਾ ਬਣ ਸਕਦਾ ਵਾ ਵੀ ਇਹਨੇ ਕਿਹੜੇ ਕਾਲ ਖੰਡਾਂ ਦੇ ਵਿੱਚ ਵੰਡਿਆ। 3 ਕੁਐਸਚਨ ਬਣ ਸਕਦੇ ਆ, ਕਿਹੜੇ ਕਾਲ ਖੰਡਾਂ ਦੇ ਵਿੱਚ ਇਹਨੇ ਭਾਰਤੀ ਇਤਿਹਾਸ ਨੂੰ ਵੰਡਿਆ, ਪਹਿਲਾ ਕੁਐਸਚਨ। ਦੂਜਾ, ਕਿਹੜੀ ਇਹਦੀ ਕਿਤਾਬ ਆ ਜਿਹਦੇ ਵਿੱਚ ਇਹਨੇ ਇਹਨਾਂ ਕਾਲ ਖੰਡਾਂ ਦੇ ਬਾਰੇ ਗੱਲ ਕੀਤੀ, ਦਾ ਹਿਸਟਰੀ ਬ੍ਰਿਟਿਸ਼ ਆਫ ਇੰਡੀਆ ਹਨਾ ਇਹਦੇ ਵਿੱਚ। ਤੇ ਤੀਜਾ ਕੁਐਸਚਨ ਇਹਦਾ ਬਣ ਸਕਦਾ ਵਾ ਕਿ ਮਿਲ ਦੇ ਭਾਰਤ ਦੇ ਬਾਰੇ ਵਿਚਾਰ ਕੀ ਸੀ। ਹੁਣ ਇਹ ਕੁਐਸਚਨ ਪਤਾ ਕਿੱਦਾਂ ਬਣੂਗਾ, ਆ ਸਾਰੇ ਵਿਚਾਰ ਲਿਖ ਦੇਣਗੇ ABCD ਕਰਕੇ, ਤਾਂ ਪੁੱਛ ਸਕਦੇ ਆ ਵੀ ਇਹ ਵਿਚਾਰ ਕਿਹਦੇ ਆ, ਕਿਹਦੇ ਕਹੇ ਗਏ ਆ। ਸੋ ਇਹ ਜੇਮਸ ਮਿਲ ਦੀ ਜਿਹੜੀ ਆ ਥਿੰਕਿੰਗ ਸੀਗੀ, ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਠੀਕ ਆ, ਸਮਝ ਆ ਗਏ ਸਾਰੇ ਪੁਆਇੰਟ ਪੇ ਦੀ ਕੀ ਥਿੰਕਿੰਗ ਸੀ, ਕੀ ਇਹ ਸੋਚਦਾ ਸੀ ਵੀ ਹਨਾ।
ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ। ਹੁਣ ਜਦੋਂ ਅੰਗਰੇਜ਼ ਆ ਗਏ ਹਨਾ, ਅੰਗਰੇਜ਼ ਆ ਗਏ ਤੇ ਅੰਗਰੇਜ਼ਾਂ ਦਾ ਜਿਹੜਾ ਯੁੱਗ ਆਇਆ, ਮਤਲਬ ਅੰਗਰੇਜ਼ ਸਾਡੇ ਭਾਰਤ ਵਿੱਚ ਆ ਗਏ। ਤੇ ਇੱਥੇ ਇੱਕ ਚੀਜ਼ ਸਮਝਣ ਦੀ ਕੋਸ਼ਿਸ਼ ਕਰਿਓ, ਜਦੋਂ ਅੰਗਰੇਜ਼ ਸਾਡੇ ਭਾਰਤ ਦੇ ਵਿੱਚ ਆਉਂਦੇ ਆ ਹਨਾ, ਜਦੋਂ ਅੰਗਰੇਜ਼ ਸਾਡੇ ਭਾਰਤ ਵਿੱਚ ਆਉਂਦੇ ਆ, ਸਾਡੇ ਭਾਰਤ ਵਿੱਚ ਆਉਂਦੇ ਆ, ਤਾਂ ਇਸ ਯੁੱਗ ਨੂੰ ਵੀ ਕੁਝ ਕਿਹਾ ਜਾਂਦਾ। ਇਸ ਯੁੱਗ ਨੂੰ ਕਿਹਾ ਜਾਂਦਾ, ਚਲੋ ਆਧੁਨਿਕ ਯੁੱਗ ਤਾਂ ਕਿਹਾ ਹੀ ਜਾਂਦਾ, ਪਰ ਨਾਲ ਉਪਨਿਵੇਸ਼ਕ ਯੁੱਗ ਵੀ ਕਿਹਾ ਜਾਂਦਾ। ਉਪਨਿਵੇਸ਼ਕ ਯੁੱਗ ਵੀ ਕਿਹਾ ਜਾਂਦਾ। ਭਾਰਤ ਵਿੱਚ ਅੰਗਰੇਜ਼ਾਂ ਦੇ ਆਉਣ ਦਾ ਜਿਹੜਾ ਸਮਾਂ, ਉਸ ਸਮੇਂ ਕਾਲ ਨੂੰ ਉਪਨਿਵੇਸ਼ਕ ਯੁੱਗ ਵੀ ਕਿਹਾ ਜਾਂਦਾ। ਮੈਨੂੰ ਨਹੀਂ ਲੱਗਦਾ ਇਹ ਚੀਜ਼ਾਂ ਤੁਹਾਨੂੰ ਪਹਿਲਾਂ ਪਤਾ ਹੋਣਗੀਆਂ। ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਵੀ ਅਜਿਹਾ ਕਿਉਂ ਸੀ। ਉਪਨਿਵੇਸ਼ਕ ਯੁੱਗ ਦੇ ਬਾਰੇ ਪੜ੍ਹਦੇ ਹਾਂ ਵੀ ਅਜਿਹਾ ਕਿਉਂ ਸੀ। ਵੇਖੋ, ਉਪਨਿਵੇਸ਼ਕ ਜਿਹੜੇ ਸੀਗੇ ਨਾ, ਧਿਆਨ ਦੇ ਨਾਲ ਸਮਝਿਓ, ਅੰਗਰੇਜ਼ਾਂ ਨੇ ਸਾਡੇ ਦੇਸ਼ ਨੂੰ ਜਿੱਤਿਆ ਅਤੇ ਸਥਾਨਕ ਨਵਾਬਾਂ ਅਤੇ ਰਾਜਿਆਂ ਨੂੰ ਦਬਾ ਕੇ ਆਪਣਾ ਸ਼ਾਸਨ ਸਥਾਪਿਤ ਕੀਤਾ ਹਨਾ। ਕਿ ਜੇਮਸ ਮਿਲ ਜੋ ਸੋਚਦਾ ਸੀ, ਜਿੱਥੇ ਮੈਂ ਤੁਹਾਨੂੰ ਕਿਹਾ ਵੀ ਜਦੋਂ ਇਹਨਾਂ ਨੇ ਅਧਿਕਾਰ ਹੀ ਕਰ ਲਿਆ ਤੇ ਰਾਜਿਆਂ ਨੇ ਤਾਂ ਸਾਰਾ ਕੁਝ ਫਿਰ ਛੱਡਣਾ ਸੀਗਾ ਹਨਾ। ਤੇ ਇਹਨਾਂ ਨੇ ਕੀ ਕੀਤਾ, ਕਿਸੇ ਵੀ ਸਥਾਨਕ ਨਵਾਬ ਜਿਹੜੇ ਹੁੰਦੇ ਸੀ, ਰਾਜੇ ਹੁੰਦੇ ਸੀ, ਉਹਨਾਂ ਨੂੰ ਦਬਾਤਾ, ਆਪਣਾ ਰਾਜ ਸ਼ੁਰੂ ਕਰਤਾ। ਠੀਕ ਹੈ, ਉਹਨਾਂ ਨੇ ਅਰਥ ਵਿਵਸਥਾ ਅਤੇ ਸਮਾਜ ਨੂੰ ਨਿਯੰਤਰਣ ਕੀਤਾ। ਇੱਥੋਂ ਤੱਕ ਕਿ ਜਿਹੜੀ ਸਾਡੀ ਭਾਰਤ ਦੀ ਅਰਥ ਵਿਵਸਥਾ ਸੀ, ਉਹਨੂੰ ਵੀ ਇਹਨਾਂ ਨੇ ਆਪਣੇ ਕੰਟਰੋਲ ਦੇ ਵਿੱਚ ਕਰ ਲਿਆ। ਆਪਣੇ ਸਾਰੇ ਖਰਚ ਨੂੰ ਪੂਰਾ ਕਰਨ ਲਈ ਰਾਜਸਵ ਵਸੂਲਿਆ। ਰਾਜਸਵ ਮਤਲਬ ਕਿ ਆਪਣੇ ਖਰਚੇ ਨੂੰ ਪੂਰਾ ਕਰਨ ਲਈ ਇਹਨਾਂ ਨੇ ਭਾਰਤ ਦੇ ਅਲੱਗ-ਅਲੱਗ ਫੀਲਡ ਦੇ ਵਿੱਚ ਇਹਨਾਂ ਨੇ ਟੈਕਸ ਲਾਉਣੇ ਸ਼ੁਰੂ ਕਰਤੇ, ਟੈਕਸ ਇਕੱਠਾ ਕਰਨਾ ਸ਼ੁਰੂ ਕਰਤਾ। ਬ੍ਰਿਟਿਸ਼ ਸ਼ਾਸਨ ਦੇ ਕਾਰਨ ਇੱਥੋਂ ਦੇ ਮੁੱਲਾਂ, ਮਾਨਤਾਵਾਂ, ਪਸੰਦ ਨਾਪਸੰਦ, ਰੀਤੀ ਰਿਵਾਜ ਅਤੇ ਹੋਰ ਤੌਰ ਤਰੀਕਿਆਂ ਵਿੱਚ ਬਦਲਾਵ ਆਏ। ਠੀਕ ਹੈ, ਜਦੋਂ ਇੱਕ ਦੇਸ਼ ਉੱਤੇ ਦੂਜੇ ਦੇਸ਼ ਦੇ ਦਬਦਬੇ ਨਾਲ ਇਸ ਤਰ੍ਹਾਂ ਰਾਜਨੀਤਿਕ, ਆਰਥਿਕ, ਸਮਾਜਿਕ ਅਤੇ ਸੰਸਕ੍ਰਿਤਿਕ ਸੱਭਿਆਚਾਰ ਬਦਲਾਵ ਆਉਂਦੇ ਹਨ ਤਾਂ ਇਸ ਨੂੰ ਉਪਨਿਵੇਸ਼ੀਕਰਨ ਕਿਹਾ ਜਾਂਦਾ ਹੈ। ਮਤਲਬ ਕਿ ਕਿਸੇ ਇੱਕ ਦੇਸ਼ ਦੇ ਦੂਜੇ ਦੇਸ਼ ਦੇ ਉੱਤੇ ਦਬਦਬੇ ਦੇ ਕਾਰਨ, ਦਬਾਅ ਦੇ ਕਾਰਨ ਕੋਈ ਰਾਜਨੀਤਿਕ ਪਰਿਵਰਤਨ ਆਇਆ, ਕੋਈ ਆਰਥਿਕ ਪਰਿਵਰਤਨ ਆਇਆ, ਕੋਈ ਸਮਾਜਿਕ ਪਰਿਵਰਤਨ ਆਇਆ, ਕੋਈ ਸੰਸਕ੍ਰਿਤਿਕ ਪਰਿਵਰਤਨ ਆਇਆ, ਤਾਂ ਉਸ ਚੀਜ਼ ਨੂੰ ਆਪਾਂ ਕਿਹਦਾ ਨਾਮ ਦਿੰਨੇ ਆ? ਉਪਨਿਵੇਸ਼ੀਕਰਨ ਦਾ ਨਾਮ ਦਿੰਨੇ ਆ। ਤੇ ਇਸੇ ਹੀ ਕਰਕੇ ਭਾਰਤ ਦਾ ਅੰਗਰੇਜ਼ਾਂ ਦੇ ਵਿੱਚ ਆਉਣ ਦਾ ਜਿਹੜਾ ਯੁੱਗ ਆ, ਉਹਨੂੰ ਉਪਨਿਵੇਸ਼ਕ ਯੁੱਗ ਵੀ ਕਿਹਾ ਜਾਂਦਾ ਵਾ। ਠੀਕ ਆ, ਕਲੀਅਰ ਇੱਥੋਂ ਤੱਕ। ਤੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਅੱਗੇ ਅਗਲੇ ਪੁਆਇੰਟ ਤੇ। ਹੁਣ ਇੱਕ ਚੀਜ਼ ਬਹੁਤ ਹੀ ਖਾਸ, ਕਿ ਇੰਨਾ ਸਮਾਂ ਪੁਰਾਣਾ ਇਤਿਹਾਸ ਆਖਰ ਸਾਨੂੰ ਕਿੱਦਾਂ ਪਤਾ ਲੱਗਾ? ਸਾਨੂੰ ਇਤਿਹਾਸ ਕਿਵੇਂ ਪਤਾ ਲੱਗਾ? ਉਹ ਏਦਾਂ ਪਤਾ ਲੱਗਾ ਸੀ। ਠੀਕ ਆ, ਨੋਟ ਕਰਦੇ ਜਾਓ। ਦਿਮਾਗ ਨੋਟ ਕਰਨਾ ਮਤਲਬ ਕਿ ਦਿਮਾਗ 'ਚ ਫਿੱਟ ਬਿਠਾਉਂਦੇ ਜਾਓ। ਅੰਗਰੇਜ਼ ਮੰਨਦੇ ਸਨ ਕਿ ਹਰ ਚੀਜ਼ ਨੂੰ ਲਿਖਣਾ ਜ਼ਰੂਰੀ ਆ। ਇਹ ਨਾ ਹਰ ਇੱਕ ਚੀਜ਼ ਨੂੰ ਲਿਖਦੇ ਸੀ। ਕਿਹੜੀ ਕਿਹੜੀ ਚੀਜ਼ ਨੂੰ ਲਿਖਦੇ ਸੀ? ਸਰਕਾਰੀ ਰਿਕਾਰਡ, ਨਿਰਦੇਸ਼, ਯੋਜਨਾਬੰਦ ਤਰੀਕੇ, ਸਹਿਮਤੀ, ਫੈਸਲੇ, ਜਾਂਚ ਪੜਤਾਲ, ਸਾਰੀਆਂ ਚੀਜ਼ਾਂ ਨੂੰ ਇਹ ਲਿਖਦੇ ਸੀ। ਕਿਸੇ ਚੀਜ਼ ਦੀ ਜਾਂਚ ਪੜਤਾਲ ਕੀਤੀ, ਉਹਨੂੰ ਲਿਖਤਾ। ਕਿਸੇ ਚੀਜ਼ ਦੀ ਕਿਸੇ ਕੰਮ ਦੀ ਯੋਜਨਾ ਬਣਾਈ, ਉਹਨੂੰ ਲਿਖਤਾ। ਮਤਲਬ ਹਰ ਇੱਕ ਚੀਜ਼ ਨੂੰ ਲਿਖਣਾ ਜ਼ਰੂਰੀ ਸਮਝਦੇ ਸੀ। ਇਹ ਕਹਿੰਦੇ ਕਿ ਸਮੇਂ ਦੇ ਨਾਲ ਅਸੀਂ ਕਿਸੇ ਵੀ ਚੀਜ਼ ਦਾ ਅਧਿਐਨ ਕਰਨਾ ਤਾਂ ਇਹਨਾਂ ਚੀਜ਼ਾਂ ਨੂੰ ਲਿਖਣਾ ਜ਼ਰੂਰੀ ਹੈ। ਇਹ ਚੀਜ਼ ਮੰਨਦੇ ਸੀ ਅੰਗਰੇਜ਼। ਇਹਨਾਂ ਨੇ ਜੋ ਵੀ ਐਕਟੀਵਿਟੀਜ਼, ਜੋ ਵੀ ਇਹਨਾਂ ਨੇ ਕੀਤਾ ਨਾ ਸਾਡੇ ਭਾਰਤ ਵਿੱਚ ਆ ਕੇ, ਜੋ ਵੀ ਇਹਨਾਂ ਨੇ ਕੀਤਾ, ਇਹਨਾਂ ਨੇ ਲਿਖਿਆ ਉਸ ਚੀਜ਼ ਨੂੰ। ਠੀਕ ਹੈ, ਜਦੋਂ ਇਹਨਾਂ ਨੇ ਲਿਖਿਆ, ਕਹਿੰਦੇ ਸਾਰੀਆਂ ਚੀਜ਼ਾਂ ਨੂੰ ਲਿਖਣਾ ਜ਼ਰੂਰੀ ਹੈ ਤਾਂ ਜੋ ਇਹਨਾਂ ਦਾ ਲੋੜ ਅਨੁਸਾਰ ਅਧਿਐਨ ਕੀਤਾ ਜਾ ਸਕੇ। ਕਹਿੰਦੇ ਅੰਗਰੇਜ਼ਾਂ ਨੇ ਅਭਿਲੇਖਾਕਾਰ ਬਣਾ ਦਿੱਤੇ। ਅਭਿਲੇਖਾਕਾਰ ਵੀ ਅੰਗਰੇਜ਼ਾਂ ਨੇ ਬਣਾਏ ਸੀ। ਤਹਿਸੀਲ ਦਫ਼ਤਰ, ਕਲੈਕਟਰ, ਕਮਿਸ਼ਨਰ ਦੇ ਦਫ਼ਤਰ, ਪ੍ਰਾਂਤ ਸੰਚਾਲੀ ਕਚਹਿਰੀ, ਕਹਿੰਦੇ ਸਾਰਿਆਂ ਦੇ ਕੋਲ ਆਪਣੇ ਰਿਕਾਰਡ ਰੂਮ ਹੁੰਦੇ ਸੀ। ਕਿਹਨਾਂ ਦੇ ਸਮੇਂ? ਅੰਗਰੇਜ਼ਾਂ ਦੇ ਸਮੇਂ। ਕਹਿੰਦੇ ਮਹੱਤਵਪੂਰਨ ਦਸਤਾਵੇਜ਼ ਨੂੰ ਬਚਾ ਕੇ ਰੱਖਣ ਲਈ ਸੰਗ੍ਰਹਿ ਵਰਗੇ ਸੰਸਥਾਨ ਵੀ ਬਣਾਏ ਜਾਂਦੇ ਸੀ। ਚਲੋ ਇੱਕ ਚੀਜ਼ ਸਾਨੂੰ ਕਲੀਅਰ ਹੋ ਗਈ ਵੀ ਜੇਕਰ ਇਤਿਹਾਸ ਸਾਡੇ ਹੱਥ ਦੇ ਵਿੱਚ ਲੱਗਾ ਤਾਂ ਇਹਦਾ ਮਤਲਬ ਇਹ ਆ ਵੀ ਅੰਗਰੇਜ਼ ਜਿਹੜੇ ਆ ਹਰ ਇੱਕ ਐਕਟੀਵਿਟੀ ਨੂੰ ਕੀ ਕਰਦੇ ਸੀ? ਰਿਟਨ ਫਾਰਮ ਦੇ ਵਿੱਚ ਚੇਂਜ ਕਰ ਦਿੰਦੇ ਸੀ। ਮਤਲਬ ਹਰ ਇੱਕ ਚੀਜ਼ ਨੂੰ ਇਹ ਲਿਖਦੇ ਸੀ। ਜਿੰਨਾ ਇਹੋ ਹੀ ਦਸਤਾਵੇਜ਼ ਅੱਗੇ ਜਾ ਕੇ ਸਾਡੇ ਇਤਿਹਾਸ ਦਾ ਸਰੋਤ ਬਣ ਗਏ। ਪਰ ਇੱਕ ਸਵਾਲ ਮੇਰੇ ਮਨ 'ਚ ਵੀ ਆਇਆ ਸੀ
ਪਰ ਉਸ ਤੋਂ ਬਾਅਦ ਉਸ ਚੀਜ਼ ਨੂੰ ਮੈਂ ਡੈਪਥ ਦੇ ਵਿੱਚ ਜਾ ਕੇ ਕੱਢਿਆ ਤੇ ਤੁਹਾਡੇ ਮਾਈਂਡ ਦੇ ਵਿੱਚ ਵੀ ਆਊਗਾ ਆਖਰ ਇੰਨਾ ਪੁਰਾਣਾ ਯਾਰ ਕੋਈ 8-9 ਸਾਲ ਪੁਰਾਣਾ ਕਾਗਜ਼ ਪਿਆ ਹੋਵੇ ਕੋਈ ਡਾਇਰੀ ਤਾਂ ਵੀ ਪੇਜ ਖੱਟੇ ਖੱਟੇ ਹੋ ਜਾਂਦੇ ਆ ਹੁੰਦੇ ਨਾ, ਪਰ ਇੰਨਾ ਪੁਰਾਣਾ ਡਾਟਾ ਖਰਾਬ ਤਾਂ ਹੋਇਆ ਹੀ ਹੋਊਗਾ ਕਿ ਉਹੀ ਸਰੋਤ ਅੱਜ ਵੀ ਸਾਡੇ ਕੋਲ ਮੌਜੂਦ ਆ ਕਿ ਇੰਨੇ ਨਵੇਂ ਪਏ ਹੋਣਗੇ ਉਹ ਸਰੋਤ ਏਦਾਂ ਹੀ ਇੰਨੇ ਕੁ ਜ਼ਿਆਦਾ ਨਵੇਂ ਪਏ ਹੋਣਗੇ ਵੀ ਸਾਨੂੰ ਉੱਥੇ ਲਿਖੀ ਹੋਈ ਇੱਕ ਇੱਕ ਗੱਲ ਕਲੈਰੀਫਿਕੇਸ਼ਨ ਦੇ ਰਹੀ ਹੈ। ਇਹ ਵੀ ਤਾਂ ਸਵਾਲ ਆ ਨਾ। ਨਹੀਂ, ਅਸਲ ਦੇ ਵਿੱਚ ਇਹ ਜਿਹੜਾ ਟੁੱਟਿਆ ਫੁੱਟਿਆ ਕਾਗਜ਼ਾਂ ਦਸਤਾਵੇਜ਼ਾਂ ਵਾਲਾ ਇਤਿਹਾਸ ਸੀਗਾ ਇਹਨੂੰ ਰੀਰਾਈਟ ਕੀਤਾ ਗਿਆ ਜਾਂ ਕਹਿ ਲੋ ਵੀ ਇਹਨੂੰ ਦੁਬਾਰਾ ਲਿਖਿਆ ਗਿਆ। ਦੁਬਾਰਾ ਜੇਕਰ ਲਿਖਿਆ ਗਿਆ ਇਹਨਾਂ ਦਸਤਾਵੇਜ਼ਾਂ ਨੂੰ ਕਿ ਇਹਨਾਂ ਨੇ ਲਿਖਿਆ ਇਹਨਾਂ ਇਤਿਹਾਸਕਾਰਾਂ ਨੇ ਤੇ ਕੁਝ ਗੱਲਾਂ ਸਾਡੇ ਇਤਿਹਾਸਕਾਰਾਂ ਨੂੰ ਸਮਝ ਵੀ ਨਹੀਂ ਆਈਆਂ। ਉਹਨਾਂ ਨੇ ਆਪਣੀ ਅੰਡਰਸਟੈਂਡਿੰਗ ਦੇ ਨਾਲ ਕੁਝ ਗੱਲਾਂ ਲਿਖੀਆਂ, ਮਤਲਬ ਜਿੱਥੇ ਕਿਤੇ ਉਹਨਾਂ ਨੂੰ ਕੋਈ ਡਾਊਟ ਮਿਲਦਾ ਵਾ ਰਾਈਟਿੰਗ ਦੇ ਵਿੱਚ, ਜਿੱਥੇ ਉਹਨਾਂ ਨੂੰ ਕੁਝ ਗੱਲਾਂ ਸਮਝ ਨਹੀਂ ਆਈਆਂ ਉੱਥੇ ਉਹਨਾਂ ਨੇ ਇਤਿਹਾਸਕਾਰਾਂ ਨੇ ਆਪਣੀ ਸਮਝ ਦੇ ਅਕੋਰਡਿੰਗ ਲਿਖਿਆ। ਇੱਥੇ ਇਸੇ ਹੀ ਕਰਕੇ ਤਾਂ ਜਿੰਨੇ ਵੀ ਅਸੀਂ ਅਲੱਗ-ਅਲੱਗ ਇਤਿਹਾਸ ਦੀਆਂ ਕਿਤਾਬਾਂ ਪੜ੍ਹਦੇ ਹਾਂ ਅਲੱਗ-ਅਲੱਗ ਰਾਈਟਰਾਂ ਦੀਆਂ, ਤਾਂ ਸਾਨੂੰ ਥੋੜੇ ਬਹੁਤੇ ਕਿਤੇ ਨਾ ਕਿਤੇ ਵੱਖਰੇਵੇਂ ਮਿਲ ਜਾਂਦੇ। ਕਾਰਨ ਇਹੀ ਆ ਕਿ ਉਹ ਸਾਰਾ ਇਤਿਹਾਸ ਜਿਹੜਾ ਵਾ ਰੀਰਾਈਟ ਕੀਤਾ ਗਿਆ ਵਾ। ਕਿਤੇ ਅੱਜ ਤੱਕ ਤੁਸੀਂ ਇਹੀ ਸੋਚ ਕੇ ਬੈਠੇ ਹੋ ਵੀ ਸਾਡੇ ਕੋਲ ਪੁਰਾਣੇ ਦਸਤਾਵੇਜ਼ ਹੀ ਉਹਨਾਂ ਦੇ ਆਧਾਰ ਤੇ ਸਾਡੇ ਕੋਲ ਉਹ ਇਤਿਹਾਸ ਤੁਰਿਆ ਆਉਂਦਾ। ਨਹੀਂ, ਉਹ ਸਾਰੇ ਇਤਿਹਾਸ ਨੂੰ ਕੀ ਕੀਤਾ ਗਿਆ ਵਾ ਰੀਰਾਈਟ ਕੀਤਾ ਗਿਆ, ਦੁਬਾਰਾ ਲਿਖਿਆ ਗਿਆ ਅਲੱਗ-ਅਲੱਗ ਇਤਿਹਾਸਕਾਰਾਂ ਦੇ ਵੱਲੋਂ। ਜਿੱਥੇ ਕੋਈ ਪੁਆਇੰਟ ਮਿਸ ਕੁਝ ਵੀ, ਹੁਣ ਮੰਨ ਲਓ ਕੋਈ ਵੀ ਆ ਹਨਾ, ਜਿਵੇਂ ਜਦੋਂ ਆਪਾਂ ਛੋਟੇ ਹੁੰਦੇ ਸੀ ਸਕੂਲਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ ਹਨਾ, ਇੱਕ ਸਮਝਣ ਦੀ ਗੱਲ ਆ। ਮੰਨ ਲਓ ਆਪਾਂ 2 ਦਿਨ ਸਕੂਲ ਨਹੀਂ ਗਏ ਹਨਾ, ਆਪਾਂ ਤੀਜੇ ਚੌਥੇ ਦਿਨ ਸਕੂਲ ਗਏ ਆ ਤੇ ਆਪਾਂ ਜਾ ਕੇ ਕਿਸੇ ਬੱਚੇ ਦੀ ਕਾਪੀ ਲੈ ਲਈ ਵੀ ਤੂੰ ਮੈਨੂੰ ਆਪਣੀ ਕਾਪੀ ਦੇ ਦੇ ਮੈਂ ਅੱਜ ਵਾਲਾ ਲਿਖ ਲਾਂ ਹਨਾ, ਤੇ ਉਹ ਕਹਿੰਦਾ ਵੀ ਚੱਲ ਕੋਈ ਨਹੀਂ ਤੂੰ ਮੇਰੀ ਕਾਪੀ ਘਰ ਲੈ ਜਾ, ਘਰੋਂ ਲਿਖ ਲਿਆਈ। ਆਪਾਂ ਉਹਦੀ ਕਾਪੀ ਘਰ ਲੈ ਆਏ ਹਨਾ, ਆਪਾਂ ਲਿਖ ਰਹੇ ਆ, ਆਪਾਂ ਉਹਦੀ ਕਾਪੀ ਤੋਂ ਵੇਖ ਕੇ ਲਿਖ ਰਹੇ ਆ, ਪਰ ਕਿਤੇ ਕੋਈ ਲਾਈਨ ਕੋਈ ਟੌਪਿਕ ਕੋਈ ਸ਼ਬਦ ਏਦਾਂ ਆ ਗਿਆ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਉਹਨੇ ਕੀ ਲਿਖਿਆ ਹਨਾ, ਆਪਾਂ ਨੂੰ ਪਤਾ ਨਹੀਂ ਨਾ ਲੱਗ ਰਿਹਾ ਵੀ ਉਹਨੇ ਕੀ ਲਿਖਿਆ। ਜਦੋਂ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਜਾਂ ਤਾਂ ਆਪਾਂ ਕੀ ਕਰਦੇ ਆ, ਹੁਣ ਆਪਾਂ ਜਾਂ ਤਾਂ ਉਸ ਚੀਜ਼ ਦੀ ਜਗ੍ਹਾ ਛੱਡ ਦਿੰਨੇ ਆ ਤੇ ਜਾਂ ਫਿਰ ਉਸ ਚੀਜ਼ ਨੂੰ ਆਪਾਂ ਆਪਣੀ ਸਮਝ ਦੇ ਅਕੋਰਡਿੰਗ ਬਣਾ ਕੇ ਲਿਖ ਦਿੰਨੇ ਆ ਵੀ ਇੱਥੇ ਆ ਹੋਊਗਾ। ਹੁਣ ਇਤਿਹਾਸਕਾਰ ਜਗ੍ਹਾ ਤਾਂ ਛੱਡ ਨਹੀਂ ਸਕਦੇ ਕਿਉਂਕਿ ਉਹ ਕਿਹੜਾ ਸਕੂਲ ਦੇ ਜਵਾਕ, ਉਹ ਇਤਿਹਾਸ ਲਿਖ ਰਹੇ ਆ, ਉਹ ਸਰੋਤ ਇਕੱਠੇ ਕਰ ਰਹੇ ਆ। ਹੁਣ ਉਹਨਾਂ ਨੇ ਜਗ੍ਹਾ ਤੇ ਛੱਡਣੀ ਨਹੀਂ, ਉਹਨਾਂ ਨੇ ਕੀ ਕਰਨਾ ਵਾ, ਉਹਨਾਂ ਨੇ ਆਪਣੀ ਅੰਡਰਸਟੈਂਡਿੰਗ ਦੇ ਨਾਲ ਆਪਣੀ ਸਮਝ ਦੇ ਅਕੋਰਡਿੰਗ ਉੱਥੇ ਲਿਖ ਦੇਣਾ। ਬਸ ਆਹੀ ਵੱਡਾ ਕਾਰਨ ਆ ਕਿ ਸਾਨੂੰ ਇਤਿਹਾਸਕਾਰਾਂ ਦੇ ਅਲੱਗ-ਅਲੱਗ ਇਤਿਹਾਸ ਦੇ ਵਿੱਚ ਅਲੱਗ-ਅਲੱਗ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਸਾਨੂੰ ਵੱਖਰੇਵੇਂ ਦੇਖਣ ਨੂੰ ਮਿਲਦੇ ਆ। ਆਹੀ ਰੀਜ਼ਨ ਆ। ਮੈਂ ਬਹੁਤ ਜ਼ਿਆਦਾ ਬਰੀਕੀ ਦੇ ਨਾਲ ਕਰਵਾ ਰਹੀ ਆ, ਮੈਂ ਆਪਣੇ ਆਪ ਤੇ ਮਾਣ ਨਹੀਂ ਕਰਦੀ, ਮੈਂ ਆਪਣੇ ਕੰਟੈਂਟ ਦਾ ਮਾਣ ਜ਼ਰੂਰ ਕਰਦੀ ਹੁੰਦੀ ਆ। ਮੈਂ ਇਹ ਚੀਜ਼ ਵਾਰੀ-ਵਾਰੀ ਕਹਿੰਦੀ ਆ ਕਿਉਂਕਿ ਮੈਨੂੰ ਪਤਾ ਮੈਂ ਕਿੰਨੀ ਮਿਹਨਤ ਦੇ ਨਾਲ ਇਹ ਡਾਟਾ ਇਕੱਠਾ ਕੀਤਾ। ਮੈਂ 2 ਸਾਲ ਕੰਟੈਂਟ ਇਕੱਠਾ ਕਰਨ ਤੋਂ ਬਾਅਦ ਫਿਰ ਮੈਂ YouTube ਤੇ ਆਈ ਆ, ਠੀਕ ਆ। ਤੇ ਜਿਹੜੇ ਬੱਚੇ ਮੇਰੇ ਚੈਨਲ ਤੇ ਜੁੜੇ ਆ ਜਾਂ ਜਿਹੜੇ ਨਵੇਂ ਆਏ ਆ, ਜੇਕਰ ਤੁਸੀਂ ਮੇਰੀ ਕਹੀ ਹੋਈ ਇੱਕ ਗੱਲ ਨੂੰ ਕਨਸੈਂਟਰੇਟ ਕਰਦੇ ਹੋ ਤਾਂ ਤੁਹਾਡੇ SST ਪੋਰਸ਼ਨ ਦੇ ਵਿੱਚੋਂ 40 ਤੋਂ 45 ਨੰਬਰ ਮੈਂ ਦਿਲਾ ਸਕਦੀ ਆ। ਇਸ ਚੀਜ਼ ਦਾ ਮੇਰਾ ਦਾਅਵਾ ਆ, ਠੀਕ ਆ। ਤੁਹਾਨੂੰ ਪਤਾ ਲੱਗ ਗਿਆ ਕਿ ਇਹ ਸਾਰਾ ਕੁਝ ਕਿੱਦਾਂ ਇਤਿਹਾਸ ਸਾਡੇ ਸਾਹਮਣੇ ਆਉਂਦਾ ਤੇ ਕਿੱਦਾਂ ਆਇਆ। ਤੇ ਹੁਣ ਆਪਾਂ ਚੱਲਦੇ ਆ ਅਗਲੇ ਪੁਆਇੰਟ ਤੇ। ਦੇਖੋ 19ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਦੇ ਵਿੱਚ ਇਹ ਜਿਹੜੇ ਅਭਿਲੇਖ ਮਤਲਬ ਮੈਂ ਤੁਹਾਨੂੰ ਦੱਸਿਆ ਕਿ ਅਭਿਲੇਖਾਕਾਰ ਖੋਲਤੇ ਸੀਗੇ ਕਿਹਨਾਂ ਨੇ, ਅੰਗਰੇਜ਼ਾਂ ਨੇ ਹਨਾ। ਜੋ ਵੀ ਚੀਜ਼ਾਂ ਇਹ ਰਿਟਨ ਦੇ ਵਿੱਚ ਲਿਖਦੇ ਸੀ ਉਹਨਾਂ ਨੂੰ ਸੰਭਾਲ ਕੇ ਰੱਖਣ ਲਈ ਹਨਾ, ਇਹਨਾਂ ਅਭਿਲੇਖਾਂ ਦਸਤਾਵੇਜ਼ਾਂ ਦੀਆਂ ਨਕਲਾਂ ਬਣਾਈਆਂ ਜਾਂਦੀਆਂ ਸੀ 19ਵੀਂ ਸਦੀ ਦੇ ਵਿੱਚ ਜਾ ਕੇ। ਮੈਂ ਤੁਹਾਨੂੰ ਕੀ ਕਿਹਾ ਵੀ ਰੀਰਾਈਟ ਕੀਤਾ ਜਾਂਦਾ ਤੇ ਇਤਿਹਾਸ ਨੂੰ, ਯਾਨੀ ਕਿ ਜਿਹੜੇ ਅਭਿਲੇਖ ਦਸਤਾਵੇਜ਼ ਸੀ ਇਹਨਾਂ ਦੀਆਂ ਨਕਲਾਂ ਤਿਆਰ ਕੀਤੀਆਂ ਜਾਂਦੀਆਂ ਸੀਗੀਆਂ। ਇਹਨਾਂ ਨੂੰ ਲਿਖਣ ਵਾਲਿਆਂ ਨੂੰ ਖੁਸ਼ਨਵੀਸੀ ਜਾਂ ਸੁਲੇਖ ਨਵੀਸ ਕਿਹਾ ਜਾਂਦਾ ਸੀ। ਵੈਰੀ ਇੰਪੋਰਟੈਂਟ, ਬਹੁਤ ਜ਼ਿਆਦਾ ਇੰਪੋਰਟੈਂਟ, ਕਿਉਂਕਿ ਆਹ ਕੁਐਸਚਨ ਪੁੱਛਿਆ ਜਾ ਚੁੱਕਾ ਵਾ ਕਿ ਅਭਿਲੇਖ ਜਿਹੜੇ ਸੀ ਇਹਨਾਂ ਨੂੰ ਲਿਖਣ ਲਈ, ਜਿਹੜੇ ਅਭਿਲੇਖਾਂ ਨੂੰ ਲਿਖਦੇ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ, ਖੁਸ਼ਨਵੀਸੀ ਜਾਂ ਸੁਲੇਖ ਨਵੀਸ। ਦੋਨੋਂ ਹੀ ਸ਼ਬਦ ਧਿਆਨ ਦੇ ਵਿੱਚ ਰੱਖਣੇ ਆ, ਬਹੁਤ ਜ਼ਿਆਦਾ ਇੰਪੋਰਟੈਂਟ ਆ ਇਹ ਵਾਲਾ ਡਾਟਾ।
ਠੀਕ ਆ। ਜਿਹੜੇ ਅਭਿਲੇਖ ਜਾਂ ਦਸਤਾਵੇਜ਼ ਲਿਖਦੇ ਸੀ ਉਹਨਾਂ ਨੂੰ ਖੁਸ਼ਨਵੀਸੀ ਤੇ ਸੁਲੇਖਨਵੀਸ ਕਿਹਾ ਜਾਂਦਾ ਸੀ। ਇਹ ਉਹ ਲੋਕ ਹੁੰਦੇ ਸਨ ਜੋ ਬਹੁਤ ਸੁੰਦਰ ਚੀਜ਼ਾਂ ਲਿਖਦੇ ਸੀ। ਐ ਕਹਿ ਲੋ ਵੀ ਇੱਕ ਲਿਖਣ ਦਾ ਢੰਗ ਬਹੁਤ ਸੋਹਣਾ ਸੀ ਇਹਨਾਂ ਕੋਲ, ਜਾਂ ਇਹਨਾਂ ਦੀ ਰਾਈਟਿੰਗ ਬਹੁਤ ਸੋਹਣੀ ਸੀ। ਠੀਕ ਆ। ਹਾਏ ਰੱਬਾ। ਠੀਕ ਆ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਕਹਿੰਦੇ 19ਵੀਂ ਸਦੀ ਵਿੱਚ ਛਪਾਈ ਦੀ ਤਕਨੀਕ ਸ਼ੁਰੂ ਹੋ ਗਈ। ਪ੍ਰਿੰਟਿੰਗ ਪ੍ਰੈਸ ਦੀ ਸ਼ੁਰੂਆਤ 19ਵੀਂ ਸਦੀ ਵਿੱਚ ਹੋ ਗਈ ਹੈ ਨਾ। ਹੁਣ ਜਿਹੜੇ ਅੰਗਰੇਜ਼ ਸੀ ਇਹ ਸੋਚਦੇ ਸੀ ਵੀ ਜੇਕਰ ਕਿਸੇ ਦੇਸ਼ ਤੇ ਅਸੀਂ ਅਧਿਕਾਰ ਕਰਨਾ, ਕਿਸੇ ਦੇਸ਼ ਤੇ ਅਸੀਂ ਆਪਣਾ ਅਧਿਕਾਰ ਜਮਾਉਣਾ, ਤੇ ਸਾਨੂੰ ਉੱਥੋਂ ਦੀ ਉਪਜਾਊ ਸ਼ਕਤੀ, ਉਹਨਾਂ ਦੀਆਂ ਫਸਲਾਂ, ਉਹ ਕੀ ਖਾਂਦੇ ਆ, ਕੀ ਪੀਂਦੇ ਆ, ਕੀ ਉਹਨਾਂ ਦੇ ਇਨਕਮ ਦੇ ਰਿਸੋਰਸ ਆ, ਸਾਰਾ ਕੁਝ ਜਿਹੜਾ ਵਾ ਸਾਨੂੰ ਪਤਾ ਹੋਣਾ ਚਾਹੀਦਾ। ਤੇ ਇਹਨਾਂ ਨੇ ਕੀ ਕੀਤਾ 19ਵੀਂ ਸਦੀ ਦੇ ਵਿੱਚ ਹੀ ਫਿਰ ਇਹਨਾਂ ਨੇ ਜਨਗਣਨਾ ਸ਼ੁਰੂ ਕੀਤੀ ਸੀ। ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ। ਜਿਹੜਾ ਸਾਡੇ ਭਾਰਤ ਦੇ ਵਿੱਚ ਜਨਗਣਨਾ ਹੁੰਦੀ ਅੰਗਰੇਜ਼ਾਂ ਨੇ ਹੀ ਲਿਆਂਦੀ ਸੀ, ਇਹਨਾਂ ਨੇ ਜਨਗਣਨਾ ਸ਼ੁਰੂ ਕੀਤੀ ਸੀ। ਠੀਕ ਆ। ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ। ਦੇਸ਼ ਦੀ ਉਪਜਾਊ ਸ਼ਕਤੀ, ਹੁਣ ਕੀ ਕੀਤਾ ਇਹਨਾਂ ਨੇ ਸਰਵੇ। ਜਦੋਂ ਇੰਨਾ ਕੁਝ ਪਤਾ ਲਾਉਣਾ ਵਾ, ਇੱਕ ਤਾਂ ਇਹ ਜਨਗਣਨਾ ਕਰਨਗੇ ਤੇ ਇੱਕ ਕੀ ਕਰਨਗੇ, ਸਰਵੇ ਕਰਨਗੇ। ਹੁਣ ਠੀਕ ਹੈ, ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ। ਜਾਂ ਤੇ ਕੀ ਕਰਨਗੇ, ਜਨਗਣਨਾ ਕਰਨਗੇ। ਠੀਕ ਆ। ਠੀਕ ਹੈ, ਇਸ ਚੀਜ਼ ਜਾਂ ਤਾਂ ਰਿਕਾਰਡ ਕਰਨਗੇ, ਸਰਵੇ ਕਰਨਗੇ, ਜਾਂ ਫਿਰ ਜਨਗਣਨਾ ਕਰਨਗੇ। ਹੁਣ ਮੈਂ ਤੁਹਾਨੂੰ ਕੀ ਕਿਹਾ ਵੀ 19ਵੀਂ ਸਦੀ ਦੇ ਵਿੱਚ ਜਾ ਕੇ ਜਨਗਣਨਾ ਦੀ ਸ਼ੁਰੂਆਤ ਹੋਈ। 19ਵੀਂ ਸਦੀ ਦੇ ਜਿਹੜੇ ਅਖੀਰਲੇ 10 ਸਾਲ ਸੀ, ਕਿਉਂਕਿ ਸਾਨੂੰ ਪਤਾ ਹਰ ਇੱਕ 10 ਸਾਲ ਬਾਅਦ ਜਨਗਣਨਾ ਹੁੰਦੀ ਨਾ। 19ਵੀਂ ਸਦੀ ਦੇ ਜਿਹੜੇ ਅਖੀਰਲੇ 10 ਸਾਲ ਸੀ, ਬਸ ਉਦੋਂ ਤੋਂ ਹੀ ਜਨਗਣਨਾ ਸਾਡੇ ਹੁੰਦੀ ਆ ਰਹੀ ਆ। 19ਵੀਂ ਸਦੀ ਦੇ ਅਖੀਰਲੇ 10 ਸਾਲਾਂ ਤੋਂ ਲੈ ਕੇ ਹਰੇਕ 10 ਸਾਲਾਂ ਬਾਅਦ ਜਿਹੜੀ ਜਨਗਣਨਾ ਉਹ ਹੁੰਦੀ ਆ ਰਹੀ ਆ। ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ। ਠੀਕ ਆ। ਉਸ ਤੋਂ ਬਾਅਦ ਰਿਕਾਰਡ ਕੀ ਆ, ਸਰਕਾਰੀ ਅਫਸਰ ਕੀ ਸੋਚਦੇ ਹਨ। ਰਿਕਾਰਡ ਕਿਹਦੇ ਵਿੱਚ ਮਦਦ ਕਰਦਾ ਵਾ, ਰਿਕਾਰਡ ਸਾਨੂੰ ਇਹ ਦੱਸਣ ਦੇ ਵਿੱਚ ਮਦਦ ਕਰਦਾ ਵਾ ਕਿ ਸਰਕਾਰੀ ਅਫਸਰ ਕੀ ਸੋਚਦੇ ਆ। ਧਿਆਨ ਦੇ ਵਿੱਚ ਥੋੜਾ ਆਪਣੇ ਦਿਮਾਗ ਨੂੰ ਘੁਮਾਓ। ਕੁਐਸਚਨ ਆਇਆ ਸੀਗਾ ਕਿ ਸਰਕਾਰੀ ਰਿਕਾਰਡ ਜਿਹੜੇ ਆ ਸਾਨੂੰ ਕੀ ਸੋਚਣ ਦੇ ਮਜਬੂਰ ਕਰਦੇ, ਇਹ ਸੋਚਣ ਦੇ ਮਜਬੂਰ ਕਰਦੇ ਆ ਕਿ ਸਰਕਾਰੀ ਦਸਤਾਵੇਜ਼ ਕੀ ਆ। ਏਦਾਂ ਕੁਛ ਆਇਆ ਸੀ ਨਾ ਕੁਐਸਚਨ, ਮੈਨੂੰ ਥੋੜਾ ਯਾਦ ਆ ਰਿਹਾ। ਕੁਐਸਚਨ ਪੇਪਰ ਪਏ ਹੋਏ ਆ ਅਲਮਾਰੀ ਦੇ ਵਿੱਚ ਤੇ ਮੈਨੂੰ ਕੱਢਣ ਦੀ ਮਤਲਬ ਯਾਦ ਭੁੱਲ ਗਿਆ, ਕਿਉਂਕਿ ਮੇਰੇ ਕੋਲ ਇਸ ਟਾਈਮ ਇੱਥੇ ਹੁੰਦੇ ਤੇ ਹੁਣ ਮੈਂ ਲੱਭਣ ਲੱਗ ਗਈ ਤੇ ਟਾਈਮ ਲੱਗ ਜਾਊਗਾ, ਕਲਾਸ ਆਪਣੀ ਖਰਾਬ ਹੋ ਜਾਊਗੀ। ਠੀਕ ਹੈ। ਤੇ ਇਹ ਇੱਥੋਂ ਰਿਕਾਰਡ ਵਾਲਾ ਕੁਐਸਚਨ ਸਾਡੇ ਪੀਐਸਟੈਟ ਦੇ ਪੇਪਰ ਦੇ ਵਿੱਚ ਆ ਚੁੱਕਾ ਵਾ। ਸੋ ਜਿਨ੍ਹਾਂ ਨੇ ਪੇਪਰ ਉਹ ਵਾਲਾ ਦਿੱਤਾ ਹੋਊਗਾ ਉਹਨਾਂ ਨੂੰ ਯਾਦ ਆ ਗਿਆ ਹੋਊਗਾ। ਪਤਾ ਨਹੀਂ 22 ਵਾਲਾ ਕਿ 21 ਵਾਲਾ ਪੇਪਰ ਸੀ। ਠੀਕ ਆ। ਕਹਿੰਦੇ ਬੰਗਾਲ ਦੇ ਵਿੱਚ ਫਿਰ ਇਹਨਾਂ ਨੇ ਪਹਿਲਾ ਸਰਵੇਖਣ ਕੀਤਾ। ਪਹਿਲਾ ਸਰਵੇ ਇਹਨਾਂ ਨੇ ਕਿੱਥੇ ਕੀਤਾ, ਬੰਗਾਲ ਦੇ ਵਿੱਚ ਕੀਤਾ। 1832 ਈਸਵੀ ਦੇ ਵਿੱਚ ਜੇਮਸ ਪ੍ਰਿੰਸਪ ਨੇ ਬੰਗਾਲ ਦੇ ਵਿੱਚ ਪਹਿਲਾ ਸਰਵੇ ਕੀਤਾ। ਹੁਣ ਬੰਗਾਲ ਦੇ ਵਿੱਚ ਸਰਵੇ ਇਹਨੇ ਕਿਉਂ ਕੀਤਾ, ਇੱਕ ਤਾਂ ਪਤਾ ਲੱਗਣਾ ਸੀ ਕਿ ਬੰਗਾਲ ਦੀ ਉਪਜਾਊ ਸ਼ਕਤੀ ਕੀ ਆ, ਉੱਥੋਂ ਦੇ ਲੋਕ ਕਿਹੜੀਆਂ ਫਸਲਾਂ ਬੀਜਦੇ ਆ, ਉਹਨਾਂ ਨੂੰ ਕੀ ਕਮਾਈ ਹੁੰਦੀ ਆ, ਕੀ ਉਹਨਾਂ ਦੀ ਅਰਥ ਵਿਵਸਥਾ, ਸਾਰੀਆਂ ਚੀਜ਼ਾਂ ਦਾ ਪਤਾ ਲਗਾਉਣਗੇ ਬਰੀਕੀ ਨਾਲ, ਫਿਰ ਹੀ ਰਾਜ ਕਰਨਗੇ ਨਾ। ਵੇਖੋ ਐਡੇ ਇਹ ਦਿਮਾਗ ਦੇ ਤੇਜ਼ ਬੰਦੇ ਸੀ। ਇਹਨਾਂ ਨੇ ਬੰਗਾਲ ਦੇ ਵਿੱਚ ਸਰਵੇਖਣ ਕੀਤਾ ਪਹਿਲਾ, ਬਹੁਤ ਇੰਪੋਰਟੈਂਟ ਹੈ, 1832 ਈਸਵੀ ਵਿੱਚ ਜੇਮਸ ਪ੍ਰਿੰਸਪ ਦੁਆਰਾ। ਉਸ ਤੋਂ ਬਾਅਦ ਇੱਕ ਸ਼ਰੀਫ ਦਾ ਪੌਦਾ ਵਾ ਇਹਨਾਂ ਨੂੰ ਮਿਲਿਆ 1770 ਦਾ ਸਰੋਤ ਕੁਝ ਹੈਗਾ ਵਾ। ਇਹ ਪੌਦੇ ਦੀ ਫੋਟੋ ਇਹਨਾਂ ਨੇ NCERT ਬੁੱਕ ਦੇ ਵਿੱਚ ਦਿੱਤੀ ਆ। ਠੀਕ ਹੈ, ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖ ਲਿਓ। ਸ਼ਰੀਫ ਦਾ ਪੌਦਾ ਜਿਹੜਾ ਕਹਿ ਲਓ ਵੀ ਕੋਈ ਸਾਡੀ ਭਾਰਤੀ ਐਗਰੀਕਲਚਰ ਦਾ ਜਾਂ ਕੋਈ ਇਹਨਾਂ ਦੀ ਕਹਿ ਲਓ ਵੀ ਉਪਜ ਦਾ ਜਾਂ ਉਪਜਾਊ ਸ਼ਕਤੀ ਦੇ ਨਾਲ ਸੰਬੰਧਿਤ ਆ ਕੋਈ, ਹਨਾ। ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖ ਲਿਓ। ਉਸ ਤੋਂ ਬਾਅਦ ਭਾਰਤੀ ਰਾਸ਼ਟਰੀ ਅਭਿਲੇਖਾਕਾਰ 1920 ਵਿੱਚ ਜਿਹੜੇ ਆ ਛਪਣੇ ਸ਼ੁਰੂ ਹੋਏ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਹੋਰ ਕਿਹੜੇ ਸਰੋਤ ਆ ਸਾਡੇ ਕੋਲ ਇਤਿਹਾਸ ਦੇ, ਸਾਡੀਆਂ ਪੁਸਤਕਾਂ ਆ, ਸਾਡੇ ਦਸਤਾਵੇਜ਼ ਨੇ, ਅਖਬਾਰਾਂ ਏ, ਮੈਗਜ਼ੀਨ ਏ, ਰਸਾਲੇ ਆ, ਤੇ ਜਿੰਨੀਆਂ ਵੀ ਸਾਡੀਆਂ ਇਤਿਹਾਸਕ ਇਮਾਰਤਾਂ ਵਾ, ਇਹ ਸਾਰੀਆਂ ਹੀ ਸਾਡੇ ਆਧੁਨਿਕ ਭਾਰਤੀ ਇਤਿਹਾਸ ਦੇ ਸਰੋਤ ਨੇ। ਸੋ ਜਿਹੜੀ ਅੱਜ ਦੀ ਇਹ ਕਲਾਸ ਸੀ, ਇੱਕ ਮੈਂ ਤੁਹਾਡਾ ਬੇਸ ਬੰਨਿਆ ਕਿ ਆਧੁਨਿਕ ਕਾਲ ਜੇਕਰ ਅਸੀਂ ਪੜ੍ਹਨਾ ਵਾ, ਆਧੁਨਿਕ ਕਾਲ
ਤੇ ਕਿੱਦਾਂ ਇਹਦੀ ਸ਼ੁਰੂਆਤ ਹੋਈ ਆ, ਕੀ ਕੀ ਕਾਰਨ ਰਹੇ, ਕੀ ਅੰਗਰੇਜ਼ ਸੋਚਦੇ ਸੀ, ਇਹਨਾਂ ਨੇ ਕੀ ਕੀ ਥੋਪਿਆ, ਕੀ ਇਹਨਾਂ ਨੇ ਮਤਲਬ ਕਿ ਕੀ ਇਹਨਾਂ ਨੇ ਇੱਕ ਕਹਿੰਦੇ ਨੇ ਨਾ ਜਦੋਂ ਇਹਨਾਂ ਨੇ ਅਧਿਕਾਰ ਜਮਾਉਣ ਤੋਂ ਪਹਿਲਾਂ ਇਹਨਾਂ ਦੀ ਨੀਤੀ ਕੀ ਸੀ, ਜਾਂ ਇਹਨਾਂ ਦੇ ਮਾਸਟਰਮਾਈਂਡ ਕੌਣ ਸੀ ਹਨਾ, ਜਾਂ ਇਹਨਾਂ ਨੇ ਕੀ ਕੀ ਸੋਚਿਆ, ਇਹਨਾਂ ਦੀ ਨੀਤੀਆਂ ਕੀ ਸੀ, ਜੋ ਵੀ ਇਹਨਾਂ ਨੇ ਸਟ੍ਰੈਟਜੀਸ ਅਪਣਾਈਆਂ ਉਹ ਸਾਰੀਆਂ ਮੈਂ ਤੁਹਾਨੂੰ ਜਿਹੜੀਆਂ ਤੁਹਾਡੇ ਸਾਹਮਣੇ ਰੱਖੀਆਂ। ਹੁਣ ਆਪਾਂ ਵੇਖ ਲਿਆ ਵੀ ਇਹ ਸਾਡੇ ਦੇਸ਼ ਦੇ ਉੱਤੇ ਰਾਜ ਕਰਨ ਲਈ ਜੋ ਜੋ ਇਹਨਾਂ ਨੇ ਸੋਚਿਆ ਵੀ ਏਦਾਂ ਕਰੀਏ ਆਹ ਕੰਮ ਕਰੀਏ, ਆਹ ਕੰਮ ਆਪਾਂ ਨਾ ਕਰੀਏ, ਉਹ ਸਾਰਾ ਕੁਝ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਦਾ। ਜਾਨੀ ਕਿ ਹੁਣ ਜਿੰਨੀਆਂ ਵੀ ਇਹਨਾਂ ਨੇ ਸਟ੍ਰੈਟਜੀਸ ਅਪਣਾਈਆਂ ਸਾਡੇ ਭਾਰਤ ਤੇ ਰਾਜ ਕਰਨ ਦੇ ਲਈ, ਉਹ ਮੈਂ ਤੁਹਾਨੂੰ ਦਿੱਤੀਆਂ ਕਰਵਾ। ਹੁਣ ਇਹਨਾਂ ਨੇ ਸਰਵੇ ਕਰ ਲਏ, ਇਹਨਾਂ ਨੇ ਜਨਗਣਨਾ ਸਟਾਰਟ ਕਰਤੀ। ਹੁਣ ਹੋਣੀ ਆ ਅਸਲੀ ਸ਼ੁਰੂਆਤ। ਹੁਣ ਪਤਾ ਲੱਗੂਗਾ ਵੀ ਇਹ ਸਾਡੇ ਭਾਰਤੀਆਂ ਨੂੰ ਗੁਲਾਮ ਕਿੱਦਾਂ ਬਣਾਉਂਦੇ ਆ। ਠੀਕ ਆ, ਤੇ ਇਸ ਤੋਂ ਅਗਲੀ ਵੀਡੀਓ ਮਾਡਰਨ ਹਿਸਟਰੀ ਦੀ ਅਗਲੀ ਕਲਾਸ ਇਸ ਤੋਂ ਵੀ ਜ਼ਿਆਦਾ ਹੋਊਗੀ ਇੰਟਰਸਟਿੰਗ। ਮੇਰੀ ਬਹੁਤ ਜ਼ਿਆਦਾ ਮਿਹਨਤ ਲੱਗੀ, ਬਹੁਤ ਜ਼ਿਆਦਾ ਮੇਰਾ ਜ਼ੋਰ ਲੱਗਿਆ ਪਿਆ। ਇੱਕ ਇੱਕ ਪੁਆਇੰਟ ਨੂੰ ਲੜੀਵਾਰ ਤਰੀਕੇ ਦੇ ਨਾਲ ਜੋੜਨਾ ਕੋਈ ਨਿੱਕੀ ਮੋਟੀ ਗੱਲ ਨਹੀਂ ਹੁੰਦੀ। ਠੀਕ ਆ, ਬਹੁਤ ਮਿਹਨਤ ਲੱਗਦੀ ਆ, ਤੇ ਜਿਹੜੀ ਆ ਤੁਸੀਂ ਤੁਹਾਡੀ ਵੀ ਮਿਹਨਤ ਆ, ਜੇਕਰ ਤੁਸੀਂ ਬੈਠ ਕੇ ਕਲਾਸਾਂ ਦੇਖਦੇ ਹੋ ਹਨਾ, ਤੁਹਾਡੀ ਵੀ ਮਿਹਨਤ ਆ। ਪਰ ਕਿਤੇ ਨਾ ਕਿਤੇ ਜਿਹੜਾ ਤੁਸੀਂ ਆਪਣਾ ਫਰਜ਼ ਜ਼ਰੂਰ ਨਿਭਾਇਆ ਕਰੋ, ਕਲਾਸ ਨੂੰ ਲਾਈਕ ਜ਼ਰੂਰ ਕਰਦਿਆ ਕਰੋ। ਪੁਰਾਣੇ ਬੱਚੇ ਵੀ ਮੇਰੇ ਆ, ਉਹਨਾਂ ਲਈ ਵੀ ਜਿਹੜੇ ਤਾਂ ਲਾਈਕ ਕਰਦੇ ਉਹਨਾਂ ਨੂੰ ਨਹੀਂ, ਜਿਹੜੇ ਨਹੀਂ ਕਰਦੇ ਹਨਾ, ਬਿਲਕੁਲ ਵੀ ਲਾਈਕ ਨਹੀਂ ਕਰਦੇ ਤੁਸੀਂ ਕਲਾਸ ਨੂੰ ਹਨਾ। ਕੰਟੈਂਟ ਤੁਹਾਨੂੰ ਪਤਾ ਹੀ ਹੈ ਕਿੱਦਾਂ ਦਾ ਹੁੰਦਾ, ਫਿਰ ਵੀ ਲਾਈਕ ਲਈ ਬਾਰ-ਬਾਰ ਕਹਿਣਾ ਪੈਂਦਾ। ਮੈਂ ਹੁਣ ਪਹਿਲਾਂ ਤਾਂ ਮੈਂ ਜ਼ਿਆਦਾ ਕਹਿੰਦੀ ਵੀ ਨਹੀਂ ਹੁੰਦੀ, ਹੁਣ ਹੀ ਮੈਂ ਕਹਿਣਾ ਸ਼ੁਰੂ ਕੀਤਾ ਜਦੋਂ ਮੈਨੂੰ ਪਤਾ ਲੱਗਿਆ ਵੀ ਏਦਾਂ ਗੱਡੀ ਨਹੀਂ ਚੱਲਣੀ, ਇਹਨਾਂ ਨੂੰ ਕਹਿਣਾ ਹੀ ਪੈਣਾ। ਠੀਕ ਆ, ਸੋ ਲਾਈਕ ਜ਼ਰੂਰ ਕਰਦਿਆ ਕਰੋ, ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਕਲਾਸ। ਤੇ ਇਸ ਤੋਂ ਅਗਲੀ ਮਾਡਰਨ ਹਿਸਟਰੀ ਦੀ ਕਲਾਸ ਇਦੋਂ ਹੀ ਘੈਂਟ ਹੋਊਗੀ। ਮਿਲਾਂਗੇ ਆਪਾਂ ਫਿਰ ਅਗਲੀ ਕਲਾਸ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।